ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਘਰ ਹੱਥ। ਗਿਆਨ ਅੰਜਨ ਗੁਰ ਦਿਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਯਾਹੀ ਕੁਲ ਤੇ ਪ੍ਰਗਟ ਹੋਏ, ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕਉ, ਮੇਰੀ ਹੈ ਪ੍ਰਣਾਮ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਬੈਠੀ ਹੋਈ ਸਾਧ ਸੰਗਤ ਜੀਓ, ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ, ਰਸਨਾ ਨੂੰ ਪਵਿੱਤਰ ਕਰਨ ਲਈ ਇੱਕ ਵਾਰੀ ਸਾਰੇ ਹੀ ਰਲ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਾਹਿਬ ਜੀ ਸ਼੍ਰਵਣ ਕਰ ਰਹੇ ਸੀ। ਇਤਿਹਾਸ ਇੱਥੋਂ ਤੱਕ ਪਹੁੰਚਿਆ ਹੈ ਕਿ ਗੋਂਦੇ ਖੱਤਰੀ ਨੇ ਅਰਜ਼ ਕੀਤੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੇਰੇ ਪਿੰਡ ਦੇ ਵਿੱਚ ਚਰਨ ਪਾਓ, ਤਾਂ ਕਿ ਉੱਥੇ ਜਿਹੜੇ ਰਹਿਣ ਵਾਲੇ ਭੂਤਨੇ ਨੇ ਉਹ ਦੌੜ ਜਾਣ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਮਨ ਦੇ ਵਿੱਚ ਵਿਚਾਰ ਕੀਤੀ ਕਿ ਜੇ ਮੈਂ ਆਪਣੇ ਪੁੱਤਰਾਂ ਨੂੰ ਆਖਿਆ ਤੇ ਉਹਨਾਂ ਨੇ ਮੇਰੇ ਕਹੇ ਨਹੀਂ ਲੱਗਣਾ, ਆਖੇ ਨਹੀਂ ਲੱਗਣਾ। ਪਰ ਕਈ ਜਿਹੜੇ ਸਿੱਖ ਨੇ ਉਹ ਵੀ ਇਸ ਗੱਲ ਦੇ ਵਿੱਚ ਖਿਆਲ ਰੱਖਦੇ ਨੇ ਕਿ ਗੁਰਿਆਈ ਮੇਰੇ ਪੁੱਤਰਾਂ ਨੂੰ ਮਿਲਣੀ ਚਾਹੀਦੀ ਹੈ, ਪਰ ਗੁਰੂ ਜੀ ਵਿਚਾਰਦੇ ਨੇ ਮੇਰੇ ਪੁੱਤਰ ਲਾਇਕ ਨਹੀਂ ਹਨ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਨਤੀਜੇ ਦੇ ਉੱਤੇ ਪਹੁੰਚੇ ਨੇ ਕਿ ਸਾਰਿਆਂ ਸਿੱਖਾਂ ਦੇ ਅੱਗੇ ਮੈਂ ਪਰਖ ਕਰਕੇ ਇਹ ਸਿੱਧ ਕਰਦਿਆਂ ਕਿ ਮੇਰੇ ਪੁੱਤਰ ਦੋਵੇਂ ਦੇ ਦੋਵੇਂ ਨਲਾਇਕ ਹਨ, ਇਹ ਗੁਰਗੱਦੀ ਦੇ ਲਾਇਕ ਨਹੀਂ ਹਨ। ਇਸ ਨਿਸ਼ਚੇ ਦੇ ਉੱਤੇ ਗੁਰੂ ਜੀ ਪਹੁੰਚੇ ਨੇ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। ਏਮ ਵਿਚਾਰ ਸ੍ਰੀ ਅੰਗਦ ਠਾਨਾ, ਵੱਡੇ ਪੁੱਤਰ ਸੋ ਬਾਕ ਬਖਾਨਾ। ਹੁਣ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਮੇਰੇ ਪੁੱਤਰ ਮੇਰੇ ਕਹੇ ਦੇ ਵਿੱਚ ਨਹੀਂ ਚੱਲਦੇ, ਮੇਰੇ ਹੁਕਮ ਨੂੰ ਨਹੀਂ ਮੰਨਦੇ, ਇਸ ਕਰਕੇ ਗੁਰਿਆਈ ਦੇ ਲਾਇਕ ਨਹੀਂ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਤੋਂ ਪਹਿਲਾਂ ਆਪਣੇ ਵੱਡੇ ਪੁੱਤਰ ਨੂੰ ਇਸ ਤਰ੍ਹਾਂ ਹੁਕਮ ਕੀਤਾ, ਕਹਿੰਦੇ ਨੇ ਦਾਸੂ ਇਸਕੇ ਸੰਗ ਸੋ ਜਾਵੋ, ਪ੍ਰੇਤ ਬਿਡਾਰ ਸੋ ਗ੍ਰਾਮ ਬਸਾਵੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਵੱਡੇ ਪੁੱਤਰ ਦਾਸੂ ਨੂੰ ਹੁਕਮ ਕੀਤਾ, ਕਹਿੰਦੇ ਨੇ ਹੇ ਦਾਸੂ ਪੁੱਤਰ, ਇਸ ਗੋਂਦੇ ਦੇ ਨਾਲ ਤੁਸੀਂ ਚਲੇ ਜਾਓ ਔਰ ਉੱਥੇ ਜਿਹੜੇ ਪ੍ਰੇਤ ਭੂਤ ਰਹਿੰਦੇ ਨੇ ਨਾ, ਉਹਨਾਂ ਨੂੰ ਦੂਰ ਕਰਕੇ ਉਸ ਜਗ੍ਹਾ ਦੇ ਉੱਤੇ ਪਿੰਡ ਦਾ ਨਿਰਮਾਣ ਕਰਾਓ। ਸੁਣ ਕੇ ਕਹਿਤ ਪਾਇਓ ਨਹੀਂ ਜਾਊ, ਭੂਤ ਪ੍ਰੇਤ ਮੈਂ ਕੁਤੋ ਬਸਾਊ। ਸਤਿਗੁਰਾਂ ਦੇ ਹੁਕਮ ਨੂੰ ਸੁਣ ਕੇ ਝੱਟ ਹੀ ਦਾਸੂ ਨੇ ਜਵਾਬ ਦਿੱਤਾ, ਕਹਿਣ ਲੱਗਾ ਮੈਂ ਨਹੀਂ ਜਾਊਂ, ਮੈਂ ਕਦੇ ਵੀ ਉਸ ਜਗ੍ਹਾ ਦੇ ਉੱਤੇ ਨਹੀਂ ਜਾਵਾਂਗਾ। ਕਹਿੰਦਾ ਭੂਤ ਪ੍ਰੇਤ ਮੈਂ ਕੁਤੋਂ ਬਸਾਊਂ। ਕਹਿੰਦਾ ਸੱਚੇ ਪਾਤਸ਼ਾਹ ਹੁਣੇ ਹੁਣੇ ਇਸ ਗੋਂਦੇ ਨੇ ਦੱਸਿਆ ਕਿ ਉੱਥੇ ਤੇ ਬਹੁਤ ਵੱਡੇ ਵੱਡੇ ਭੂਤ ਤੇ ਪ੍ਰੇਤ ਰਹਿੰਦੇ ਨੇ, ਮੈਂ ਉਹਨਾਂ ਭੂਤਾਂ ਪ੍ਰੇਤਾਂ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਉੱਥੇ ਕਿਸੇ ਚੀਜ਼ ਨੂੰ ਵਸਾ ਸਕਦਾ, ਮੈਂ ਉੱਥੇ ਕਿਵੇਂ ਪਿੰਡ ਵਸਾਵਾਂਗਾ। हमरो ग्राम खडूर रहन को, इसको त्यागत जाओ न तिह को। कहंदा मेरा ते पिंड है खडूर और मैं खडूर दे विच ही हमेशा रवांगा, इस खडूर नूं छड्ड के मैं किसी भी तरीके दे नाल किते भी नहीं जावांगा।
ऐसे थान पठावन लागे जह को बसे न सब हूं त्यागे। दासू कहंदा है पिता जी ऐसी जगह ते तुसी मैनू घलना चाहुंदे हो जिथों सारे दौड़ जांदे ने, जिथे कोई भी नहीं जांदा, ऐसी कसूती जगह दे उत्ते तुसी मैनू जाण दा हुक्म कर रहे। मोते तहां न जायो जाए थान सख्त सो बसे न काए। कहंदा है कि मैथों उत्थे नहीं जाया जाना। कहंदा है उत्थे जगह बड़ी सख्त है, क्योंकि आम करके उस जगह नूं सख्त आख्या जांदा है जिथे इसे तरह दे भूतां प्रेतां दा वासा हुंदा है। कहंदा जी बड़ी सख्त जगह है, मैं उत्थे कदे भी नहीं जा सकदा और किवें भी कोई भी नहीं जा सकदा। महाबली तह देव सुने हैं किसहू पास न जाहे गिने हैं। कहंदा है कि हुणे हुणे इस गोंदे ने यह भी दस्या कि उत्थे बहुत वड्डे वड्डे बली जिहड़े देव ने वो रहिंदे ने, जिहड़े इन्ना ज्यादा गिणती दे विच ने जिन्हां दी गिणती भी कोई कर नहीं सकदा। कहंदा है घर की कंध उसारत जौन भाई रहन ढाहत है तौन। गोंदे ने यह भी गल आखी है कि जे घर बनाउण दे वास्ते कोई भी उत्थे कंध खड़ी करदा है ते रात दे वेले वो जिहड़े भूत प्रेत ने उस कंध नूं ढा दिंदे ने। करे बाद नहीं बसने देत कैसे होवे करे नकेत। दासू कहंदा है सच्चे पातशाह हे पिता जी ਉਹ ਤੇ ਇੰਨਾ ਜ਼ਿਆਦਾ ਭਿਆਨਕ ਨੇ ਜਿਹੜੇ ਕਿ ਕਿਸੇ ਨੂੰ ਵੀ ਉੱਥੇ ਵਸਣ ਨਹੀਂ ਦਿੰਦੇ। ਕੋਈ ਕਿਸ ਤਰ੍ਹਾਂ ਉੱਥੇ ਪਹੁੰਚ ਸਕਦਾ ਹੈ ਤੇ ਕਿਸ ਤਰ੍ਹਾਂ ਕਹਿੰਦੇ ਨੇ ਕਿ ਘਰ ਬਣਾ ਸਕਦਾ ਹੈ, ਭਾਵ ਕਿ ਬਿਰਥਾ ਕਰ ਦਿੰਦੇ ਹਨ, ਉਹ ਕਿਸੇ ਨੂੰ ਉੱਥੇ ਵਸਣ ਨਹੀਂ ਦਿੰਦੇ। ਤਹ ਬਸ ਕੇ ਹਮ ਲੈਨੋ ਕਿਆ ਹੈ ਸਕਲ ਪਦਾਰਥ ਦੀਏ ਇਹਾਂ ਹੈ। दासू कहंदा है पहली ते गल यह है कि मैं उत्थे इस करके नहीं जाना क्योंकि उत्थे भूत ने रहिंदे ने, ते दूसरी ये गल है कि उत्थे जाके घर वसाउण दी की लोड़ है क्योंकि अकाल पुरख ने कृपा कीती हुई है। इत्थे खडूर दे विच ही बड़े पदार्थ भोगण दे वास्ते मिल रहे हैं। लाग सुत धातु की दिशहेर फेर आन फरमायो फेर। इस तो बाद सतगुरु अंगद देव सच्चे पातशाह जी ने अपने छोटे पुत्र नूं हुक्म कीता जिसदा नां दातू है। सच्चे पातशाह जी ओनू फरमाउंदे ने, कहंदे ने बड़ो भरात नहीं जाए तिहारो मान बाक अब तू ही पधारो। सतगुरु अंगद देव सच्चे पातशाह जी दातू नूं कहंदे ने कि हे प्रिय दातू तेरा वड्डा भरा ते जाण दे वास्ते तैयार नहीं है, वो मेरे हुक्म नूं नहीं मनना चाहुंदा। कहंदे ने हुण तू ही मेरी गल नूं मन ते तू जा। खतरी बिनत करत उचारी उठ अब जाओ बनो उपकारी। सतगुरु अंगद देव सच्चे पातशाह जी ने बड़े ही प्यार दे नाल छोटे पुत्र दातू नूं हुक्म कीता है। कहंदे ने कि देख इस खतरी ने साडे अगे बेनती कीती है, अर्ज कीती है, इस करके इहदी मदद जरूर करनी चाहिए है। सच्चे पातशाह जी कहंदे ने उठे अब जाओ बनो उपकार। कहंदे ने उठ के हुणे इहदे नाल चलिया जा और इहदे उत्ते उपकार कर। इह उपकार दा कारज है। सब पूतन को त्रास दिखाए नेरी उपाद कर ग्राम बसाए। गुरु जी कहंदे ने दातू पुत्र जा इहदे नाल चलिया जा, सारियां भूतां नूं डर दे के उथों दौड़ा दे और निर उपाद कर ग्राम बसाओ। निर उपाद करके उस पिंड नूं वसा दे, क्योंकि तीन ताप मन्ने गए ने, एक आद व्याध ते उपाद, ये तीन मन्ने जांदे ने। आद उस नूं आख्या जांदा है जिहड़ा कोई शरीर दे उत्ते जख्म हो जाता है, सट वज जाती है, जिहड़ी दिसदी है, इस नूं कहंदे ने आद दा दुख। एक है व्याध दा दुख। व्याध दा दुख वो हुंदा है जिहड़ा किसी नूं अंदरूनी कोई रोग लग जाता है, कोई भयानक बीमारी लग जाती है, उस नूं व्याध दा दुख कहंदे ने।
ਇਸ ਤੋਂ ਇਲਾਵਾ ਇਹ ਹੈ ਉਪਾਦ ਦਾ ਰੋਗ, ਜਿਵੇਂ ਕਿਸੇ ਨੂੰ ਭੂਤ ਨਾਲ ਚੰਬੜ ਜਾਣਾ, ਕਿਸੇ ਨੇ ਅੰਦਰ ਪ੍ਰਵੇਸ਼ ਕਰ ਜਾਣਾ, ਕਿਸੇ ਨੂੰ ਬਾਹਰਲੀ ਛਾਇਆ ਹੋ ਜਾਣੀ, ਇਹਨਾਂ ਨੂੰ ਆਖਿਆ ਜਾਂਦਾ ਹੈ ਉਪਾਦ ਦਾ ਦੁੱਖ। ਕਿਉਂਕਿ ਇਸ ਵੇਲੇ ਅਰਜ਼ ਕੀਤੀ ਹੈ ਗਾਉਂਦੇ ਨੇ ਕਿ ਮੇਰੇ ਪਿੰਡ ਦੇ ਵਿੱਚ ਭੂਤ ਪ੍ਰੇਤ ਵਸਦੇ ਨੇ, ਇਸ ਕਰਕੇ ਇਹ ਹੈ ਉਸ ਨੂੰ ਉਪਾਦ ਦਾ ਦੁੱਖ। ਇਸ ਕਰਕੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦਾਤੂ ਭੂਤਰਿਆਂ ਨੂੰ ਤਰਾਸ ਦੇ ਕੇ, ਡਰ ਦੇ ਕੇ ਉਥੋਂ ਭਜਾ ਦੇ ਤੇ ਨਿਰਉਪਾਦ ਕਰਕੇ ਉਸ ਪਿੰਡ ਨੂੰ ਵਸਾ ਦੇ। ਸੁਣੋ ਪਿਤਾ ਜੀ ਬਸੈ ਖਡੂਰ, ਤਹਾਂ ਜਾਣ ਕੀ ਕੌਣ ਜ਼ਰੂਰ। ਤੇ ਦਾਤੂ ਦਾ ਜਿਹੜਾ ਜਵਾਬ ਸੀ ਉਹ ਵੀ ਆਪਣੇ ਭਰਾ ਵਰਗਾ ਹੀ ਸੀ। ਕਹਿੰਦਾ ਇਹ ਪਿਤਾ ਜੀ ਸੁਣੋ, ਇੱਥੇ ਖਡੂਰ ਦੇ ਵਿੱਚ ਚੰਗੇ ਭਲੇ ਵਸਦੇ ਆ, ਕਹਿੰਦਾ ਕਿ ਉੱਥੇ ਜਾਣ ਦੀ ਕੀ ਜ਼ਰੂਰਤ ਹੈ। ਵੈਸੇ ਸਦਨ ਗੋਬਿੰਦ ਗੁਣ ਗਾਵੈ, ਨਿਜ ਕਾਰਜ ਹਿਤ ਬਹੁਤ ਚਲ ਆਵੈ। ਕਹਿੰਦਾ ਹੈ ਕਿ ਆਰਾਮ ਦੇ ਨਾਲ ਇੱਥੇ ਵਸਦੇ ਆ, ਬੈਠ ਕੇ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ, ਤੇ ਕਹਿੰਦਾ ਹੈ ਕਿ ਨਿਜ ਕਾਰਜ ਹਿਤ ਬਹੁਤ ਚਲ ਆਵੈ। ਇਹ ਜਿਹੜੇ ਤੁਹਾਡੇ ਕੋਲ ਆਣ ਕੇ ਅਰਜ਼ਾਂ ਕਰਦੇ ਨੇ, ਇਹ ਤੇ ਰੋਜ਼ ਹੀ ਚਲੇ ਆਉਂਦੇ ਨੇ, ਇਹਨਾਂ ਦੀ ਤੇ ਕੋਈ ਗਿਣਤੀ ਕਰ ਹੀ ਨਹੀਂ ਸਕਦਾ। ਕਹਿੰਦਾ ਕਿਸ ਕਿਸ ਸੰਗ ਆਪ ਚਲ ਜਾਵੋ, ਕਿਆ ਹਮਕੋ ਉਜਰੋ ਕੇ ਬਸਾਵੋ। ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੀਆਂ ਅਰਜ਼ਾਂ ਤੇ ਤੁਹਾਡੇ ਦੁਆਰੇ ਦੇ ਉੱਤੇ ਰੋਜ਼ ਹੀ ਹੁੰਦੀਆਂ ਨੇ, ਮੈਨੂੰ ਦੱਸੋ ਕਿ ਕਿਹਦੇ ਕਿਹਦੇ ਨਾਲ ਚੱਲ ਕੇ ਤੁਸੀਂ ਆਪ ਜਾਵੋਗੇ ਜਾਂ ਕਿਹਦੇ ਕਿਹਦੇ ਨਾਲ ਸਾਨੂੰ ਘੱਲੋਗੇ। ਇਸ ਤਰ੍ਹਾਂ ਪੂਰਿਆਂ ਨਹੀਂ ਫੜਿਆ ਜਾਣਾ। ਕਹਿੰਦਾ ਹੈ ਕਿ ਹਮੇ ਕਿਆ ਉਜਰੋ ਕੇ ਬਸਾਵੋ, ਸਾਨੂੰ ਕੀ ਫਰਕ ਪੈਂਦਾ ਹੈ, ਕੋਈ ਉੱਜੜ ਜਾਵੇ ਜਾਂ ਕੋਈ ਵਸ ਜਾਵੇ, ਇਹਦੇ ਨਾਲ ਸਾਡਾ ਕੀ ਲੈਣ ਦੇਣ ਹੋਇਆ। ਸੁਣ ਸੁਤ ਦੋਇਨ ਤੇਮ ਬੈਨ, ਅਮਰਦਾਸ ਕੀ ਦਿਸ਼ ਕਰ ਨੈਣ। ਹੁਣ ਇਸ ਤਰੀਕੇ ਦੇ ਨਾਲ ਦਾਸੂ ਨੇ ਨਾ ਕਰ ਦਿੱਤੀ, ਦਾਤੂ ਨੇ ਵੀ ਜਵਾਬ ਦੇ ਦਿੱਤਾ। ਉਸ ਵੇਲੇ ਫਿਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪ੍ਰਿਯ ਦਾਸ ਅਮਰਦਾਸ ਦੇ ਵੱਲ ਆਪਣੇ ਨੇਤਰਾਂ ਨੂੰ ਫੇਰਿਆ। ਕਹਿਓ ਜਾਓ ਪੁਰਖਾ ਤੁਮ ਤਹਾਂ, ਬਾਸਾ ਭੂਤ ਪ੍ਰੇਤ ਕੋ ਜਹਾਂ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਹੇ ਪੁਰਖਾ ਹੁਣ ਤੂੰ ਹੀ ਮੇਰੇ ਹੁਕਮ ਦੀ ਤਾਮੀਲ ਕਰ ਔਰ ਸਾਡੇ ਆਖੇ ਲਾ ਕੇ ਤੂੰ ਇਸ ਦੇ ਨਾਲ ਜਾ, ਉਸ ਜਗ੍ਹਾ ਤੇ ਪਹੁੰਚ ਜਿੱਥੇ ਕਿ ਭੂਤਾਂ ਤੇ ਪ੍ਰੇਤਾਂ ਦਾ ਬਹੁਤ ਵੱਡਾ ਵਾਸਾ ਹੈ। ਕਰੋ ਬਸਾਵਣ ਸੁੰਦਰ ਪੁਰੀ, ਜਨ ਗੁਰ ਕੀਰਤ ਕੀ ਹੋਏ ਪੁਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਉਸ ਜਗ੍ਹਾ ਦੇ ਉੱਤੇ ਇੱਕ ਸੁੰਦਰ ਪੁਰੀ ਦਾ ਨਿਰਮਾਣ ਕਰਵਾਓ। ਜਨ ਗੁਰ ਕੀਰਤ ਕੀ ਹੋਏ ਪੁਰੀ ਕਹਿਣ ਤੋਂ ਭਾਵ ਹੈ ਕਿ ਗੁਰੂ ਕੀਰਤੀ ਦਾ ਜਿਹੜਾ ਘਰ ਹੋਵੇ ਨਾ, ਐਸਾ ਸ਼ਹਿਰ ਤੁਸੀਂ ਉਸ ਜਗ੍ਹਾ ਦੇ ਉੱਤੇ ਵਸਾ ਦਿਓ। ਮੁਖ ਤੇ ਅੱਖਰ ਨਿਕਸੇ ਆਦੇ, ਸੁਣ ਤਿਆਰ ਹੋਇਓ ਕਟ ਬਾਦੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਅਜੇ ਅੱਧੇ ਹੀ ਅੱਖਰ ਨਿਕਲੇ ਸਨ। ਉਸੇ ਵੇਲੇ ਝਟਪਟ ਹੀ ਅਮਰਦਾਸ ਜੀ ਜਾਣ ਦੇ ਵਾਸਤੇ ਤਿਆਰ ਹੋ ਗਏ ਨੇ ਕਟ ਬਾਦੇ। ਮਾਨੋ ਕਿ ਉਹਨਾਂ ਨੇ ਆਪਣੇ ਲੱਕ ਨੂੰ ਬੰਨ ਲਿਆ, ਕਿਉਂਕਿ ਆਮ ਕਹਾਵਤ ਵਰਤੀ ਦੀ ਹੈ ਕਿ ਇਸ ਕੰਮ ਨੂੰ ਕਰਨ ਦਾ ਉਸਨੇ ਲੱਕ ਬੰਨ ਲਿਆ। ਇਸ ਤਰੀਕੇ ਦੇ ਨਾਲ ਅਮਰਦਾਸ ਜੀ ਝਟ ਹੀ ਤਿਆਰ ਹੋ ਗਏ। ਤੁਸੀਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਨੂੰ ਬਹੁਤ ਜ਼ਿਆਦਾ ਸੁਣਿਆ, ਪੜ੍ਹਿਆ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਈ ਵੀ ਹੁਕਮ ਕਰਦੇ ਸਨ, ਪਹਿਲਾਂ ਆਪਣੇ ਵੱਡੇ ਪੁੱਤਰ ਸ੍ਰੀ ਚੰਦ ਨੂੰ ਕਹਿੰਦੇ ਸਨ, ਉਹ ਨਾ ਕਰ ਦਿੰਦਾ ਸੀ। ਫਿਰ ਲਖਮੀ ਦਾਸ ਨੂੰ ਕਹਿੰਦੇ ਸੀ, ਉਹ ਵੀ ਨਾ ਕਰ ਦਿੰਦਾ ਸੀ। ਤੇ ਫਿਰ ਤੀਸਰੇ ਨੰਬਰ ਦੇ ਉੱਤੇ ਭਾਈ ਲਹਿਣਾ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਸੀ। ਤੇ ਫਿਰ ਭਾਈ ਲਹਿਣਾ ਜੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਤਾਮੀਲ ਕਰਦੇ ਸੀ, ਉਹਨਾਂ ਦੇ ਹੁਕਮ ਨੂੰ ਸਿਰ ਮੱਥੇ ਦੇ ਉੱਤੇ ਮੰਨਦੇ ਸੀ। ਇਸੇ ਤਰੀਕੇ ਦੇ ਨਾਲ ਹੁਣ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਦਾਸੂ ਨੂੰ ਆਖਿਆ, ਉਹਨੇ ਨਾ ਕਰ ਦਿੱਤੀ ਹੈ। ਫਿਰ ਛੋਟੇ ਪੁੱਤਰ ਦਾਤੂ ਨੂੰ ਆਖਿਆ, ਉਹਨੇ ਵੀ ਮਨਾ ਕਰ ਦਿੱਤਾ ਹੈ। ਫਿਰ ਤੀਸਰੇ ਨੰਬਰ ਦੇ ਉੱਤੇ ਜਾ ਕੇ ਫਿਰ ਤੀਸਰੇ ਸਤਿਗੁਰੂ ਜਿਹੜੇ ਬਣਨ ਵਾਲੇ ਅਮਰਦਾਸ ਜੀ ਨੇ, ਉਹਨਾਂ ਨੂੰ ਹੁਕਮ ਕੀਤਾ ਹੈ। ਤੇ ਜਦੋਂ ਅਮਰਦਾਸ ਜੀ ਨੂੰ ਹੁਕਮ ਹੋਇਆ ਤੇ ਝਟ ਹੀ ਉਹ ਜਾਣ ਦੇ ਵਾਸਤੇ ਤਿਆਰ ਹੋ ਗਏ।
हाथ जोर बूझी बेद कैसे, जस आयस होए रचपुर तैसे। हथ जोड़ के अमरदास जी कहते ने सच्चे पातशाह ओ विधि दस दिओ कि जिस विधि दे नाल जाके तुहाडे हुक्म दे अनुसार मैं उस जगह दे उत्ते नगर वसावां। कहे ओ गुरु पूरब देश जोई, करो खनावण निके सोई। सतगुरु अंगद देव सच्चे पातशाह जी ਉਹ ਹੁਕਮ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ ਉੱਥੇ ਨਗਰ ਦਾ ਨਿਰਮਾਣ ਕਰਾਉਣਾ ਹੈ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਪੁਰਖਾ ਜਿਹੜਾ ਪਿੰਡ ਦਾ ਪੂਰਬ ਵਾਲਾ ਪਾਸਾ ਹੈ ਉਸ ਦਿਸ਼ਾ ਤੋਂ ਕਹਿੰਦੇ ਨੇ ਖੋਦਣਾ ਸ਼ੁਰੂ ਕਰ ਦੇਣਾ ਹੈ। ਸਾਰੀ ਜਗ੍ਹਾ ਨੂੰ ਇੱਕ ਵਰਗਾ ਪੱਧਰਾ ਕਰਨਾ ਹੈ। ਇੱਕ ਸਮ ਕਰਕੇ ਥਾਨ ਤਹਾਂ ਸੋ ਬਸਵੇ ਕਾਰਨ ਰਚੋ ਆਵਾਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੂਰਬ ਦੀ ਦਿਸ਼ਾ ਨੂੰ ਪੱਧਰਾ ਕਰਕੇ ਉਸ ਜਗ੍ਹਾ ਦੇ ਉੱਤੇ ਇੱਕੋ ਜਿਹਾ ਬਣਾ ਕੇ ਜਗ੍ਹਾ ਨੂੰ ਉਸ ਜਗ੍ਹਾ ਦੇ ਉੱਤੇ ਘਰ ਬਣਾਉਣੇ ਸ਼ੁਰੂ ਕਰਨੇ ਨੇ। ਸੁੰਦਰ ਛਰੀ ਸੋ ਚੰਚਲ ਕਰਤੇ, ਅਮਰਦਾਸ ਕੋ ਦੀਨਸ ਕਰਤੇ। ਜਦੋਂ ਅਮਰਦਾਸ ਜੀ ਤੁਰਨ ਲੱਗੇ ਉਸ ਵੇਲੇ ਕਵੀ ਜੀ ਕਹਿੰਦੇ ਨੇ ਕਿ ਇੱਕ ਬਹੁਤ ਸੁੰਦਰ ਛਟੀ, ਇੱਕ ਬਹੁਤ ਸੁੰਦਰ ਜਿਹੜੀ ਸੋਟੀ ਸੀ ਨਾ ਉਹ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਵਿੱਚ ਫੜੀ ਹੋਈ ਸੀ। ਜਦੋਂ ਅਮਰਦਾਸ ਜੀ ਤੁਰਨ ਲੱਗੇ ਤੇ ਅਮਰਦਾਸ ਨੂੰ ਉਹ ਸਤਿਗੁਰਾਂ ਨੇ ਸੋਟੀ ਦੇ ਦਿੱਤੀ। ਇਹ ਲੈ ਜਾਹੋ ਸਮੁਖ ਤਿਨ ਹੋਏ, ਕਰੋ ਦਿਖਾਵਣ ਰਹੇ ਨਾ ਕੋਏ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਛੋਟੀ ਜੀ ਸੋਟੀ ਦਿੱਤੀ ਹੈ ਅਮਰਦਾਸ ਦੇ ਹੱਥ ਦੇ ਵਿੱਚ ਤੇ ਨਾਲ ਹੀ ਬਚਨ ਕੀਤਾ ਕਹਿੰਦੇ ਨੇ हे ਪੁਰਖਾ ਇਹ ਸਾਡੀ ਸੋਟੀ ਨਾਲ ਲੈ ਜਾ। ਕਹਿੰਦੇ ਨੇ ਕਿ ਜਦੋਂ ਉਹਨਾਂ ਦੇ ਅੱਗੇ ਭੂਤਨਿਆਂ ਦੇ ਅੱਗੇ ਤੂੰ ਕਰੇਗਾ ਨਾ ਤੇ ਸਾਰੇ ਹੀ ਦੌੜ ਜਾਣਗੇ, ਕੋਈ ਤੇਰੇ ਸਾਹਮਣੇ ਟਿਕੇਗਾ ਨਹੀਂ। ਜਹ ਜਹ ਚਰਨ ਤੁਹਾਰੋ ਫਿਰ ਹੀ, ਹੋਏ ਅਸ਼ੁਭ ਤਿਸ ਕੋ ਸ਼ੁਭ ਕਰਹੀ। ਨਾਲ ਹੀ ਇੱਕ ਹੋਰ ਵਰਦਾਨ ਦਿੱਤਾ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ। ਕਹਿੰਦੇ ਨੇ हे ਅਮਰਦਾਸ ਜਿਹੜੀ ਜਿਹੜੀ ਜਗ੍ਹਾ ਦੇ ਉੱਤੇ ਤੇਰੇ ਚਰਨ ਪੈਣਗੇ ਉਹ ਸਾਰੀ ਦੀ ਸਾਰੀ ਜਗ੍ਹਾ ਸ਼ੁਭ ਹੋ ਜਾਏਗੀ, ਉਹ ਅਸ਼ੁਭ ਨਹੀਂ ਰਹੇਗੀ। ਨਿਜ ਨਿਵਾਸ ਹਿਤ ਰਚੋ ਆਵਾਸ, ਨਰ ਪਿਖ ਆਵੈ ਕਰੇ ਸੁਬਾਸ। ਕਹਿੰਦੇ ਨੇ ਜਾ ਪੁਰਖਾ ਹੁਣ ਚਲਿਆ ਜਾ, ਆਪਣੇ ਰਹਿਣ ਦੇ ਵਾਸਤੇ ਤੂੰ ਉੱਥੇ ਘਰ ਬਣਾਉਣਾ ਹੈ। ਇਸ ਤੋਂ ਇਲਾਵਾ ਹੋਰ ਵੀ ਤੈਨੂੰ ਦੇਖ ਕੇ ਬਹੁਤ ਸਾਰੇ ਲੋਕ ਉੱਥੇ ਵਾਸਾ ਕਰਨਗੇ। ਇਹ ਗੋਂਦਾ ਖੱਤਰੀ ਧਨਵਾਨ, ਕਰੇ ਚਿਨਾਵਣ ਮਹਿਲ ਮਹਾਨ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜਾ ਗੋਂਦਾ ਖੱਤਰੀ ਹੈ ਕਹਿੰਦੇ ਨੇ ਬੜਾ ਧਨਾੜ ਆਦਮੀ ਹੈ, ਬੜਾ ਅਮੀਰ ਹੈ। ਕਹਿੰਦੇ ਨੇ ਕਿ ਸਾਰੀ ਘਰ ਬਣਾਉਣ ਦੀ ਜਿਹੜੀ ਮਾਇਆ ਹੈ ਨਾ ਇਹ ਖਰਚ ਕਰੇਗਾ, ਬੜੇ ਸੁੰਦਰ ਮਹਿਲ ਇਹ ਬਣਵਾ ਦੇਗਾ, ਤੁਹਾਡੀ ਇਸ ਤਰੀਕੇ ਦੇ ਨਾਲ ਇਹ ਮਦਦ ਕਰੇਗਾ। ਨਾਮ ਇਸੀ ਕੇ ਪਰਪੁਰ ਨਾਮੂ, ਰਚੋ ਰੁਚਰ ਬਸਵੇ ਹਿਤ ਤਾਮੂ। ਇਸ ਤੋਂ ਇਲਾਵਾ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਹੁਕਮ ਕੀਤਾ ਕਿ ਜਿਹੜੀ ਪੁਰੀ ਤੁਸੀਂ ਉਸ ਜਗ੍ਹਾ ਦੇ ਉੱਤੇ ਵਸਾਉਣੀ ਹੈ ਉਸ ਪੁਰੀ ਦਾ ਜਿਹੜਾ ਨਾਂ ਹੈ ਨਾ ਉਹ ਵੀ ਗੋਂਦੇ ਦੇ ਨਾਂ ਦੇ ਉੱਤੇ ਹੀ ਰੱਖਣਾ ਹੈ। ਜਾਓ ਉੱਥੇ ਜਾ ਕੇ ਤੁਸੀਂ ਸੋਹਣੇ ਜਿਹੜੇ ਮਕਾਨ ਨੇ ਨਾ ਉਹ ਬਣਵਾ ਦਿਓ। ਕਰਤ ਫਰੇ ਬਸੋ ਦਾਸੂ ਦਾਤੂ, ਸੁਣ ਪ੍ਰੇਤਨ ਕੋਏ ਡਰ ਪਾਤੂ। ਹੁਣ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸਾਰੀ ਸੰਗਤ ਦੇ ਸਾਹਮਣੇ ਇਹ ਹੁਕਮ ਕਰ ਰਹੇ ਨੇ ਤੇ ਸਾਰੀ ਸੰਗਤ ਦੇ ਸਾਹਮਣੇ ਇਹ ਜ਼ਾਹਰ ਹੁੰਦਾ ਜਾਂਦਾ ਹੈ ਕਿ ਦਾਸੂ ਤੇ ਦਾਤੂ ਸਤਿਗੁਰਾਂ ਦੇ ਕਹਿਣੇ ਦੇ ਵਿੱਚ ਨਹੀਂ ਹਨ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਦਾਸੂ ਤੇ ਦਾਤੂ ਦੋਵੇਂ ਦੇ ਦੋਵੇਂ ਫਰੇਬੀ ਨੇ, ਕਪਟੀ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹਨਾਂ ਨੇ ਪ੍ਰੇਤਾਂ ਦਾ ਨਾਂ ਸੁਣ ਕੇ ਡਰ ਮੰਨਿਆ। ਨਹੀਂ ਨਾ ਜਾਣਤੇ ਗੁਰ ਪ੍ਰਤਾਪੂ, ਕਰਨ ਹਾਰ ਕੋ ਜਾਣੈ ਆਪੋ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਗੁਰੂ ਦੇ ਪ੍ਰਤਾਪ ਨੂੰ ਇਹ ਨਹੀਂ ਜਾਣਦੇ, ਆਪਣੇ ਆਪ ਨੂੰ ਜਾਣਦੇ ਨੇ। ਇਸ ਕਰਕੇ ਇਹਨਾਂ ਨੇ ਡਰ ਮੰਨਿਆ ਜੇਕਰ ਗੁਰੂ ਦੇ ਪ੍ਰਤਾਪ ਨੂੰ ਜਾਣਦੇ
ਤੇ ਕਦੇ ਵੀ ਉਹਨਾਂ ਤੋਂ ਡਰ ਨਾ ਮੰਨਦੇ। ਪਰ ਇਹ ਕੀ ਨੇ, ਕਰਨ ਹਾਰ ਕੋ ਜਾਣੈ ਆਪੋ, ਇਹ ਜਾਣਦੇ ਨੇ ਕਿ ਜੋ ਅਸੀਂ ਕਰਦੇ ਆ ਉਹੀ ਹੁੰਦਾ ਹੈ, ਗੁਰੂ ਦੇ ਪ੍ਰਤਾਪ ਨੂੰ ਨਹੀਂ ਜਾਣਦੇ। ਜਾਂ ਤੇ ਇਨਕੋ ਤਰਾਸ ਮਹਾਨੋ, ਕਰਨ ਕਰਾਵਣ ਗੁਰ ਤੁਮ ਜਾਨੋ। ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, हे ਅਮਰਦਾਸ, ਇਸ ਕਰਕੇ ਦਾਸੂ ਤੇ ਦਾਤੂ ਡਰਦੇ ਨੇ, ਬਹੁਤ ਜ਼ਿਆਦਾ ਡਰਦੇ ਨੇ। ਪਰ ਕਹਿੰਦੇ ਨੇ ਕਰਨ ਕਰਾਵਣ ਗੁਰੂ ਤੁਮ ਜਾਨੋ। हे ਅਮਰਦਾਸ, ਤੂੰ ਇਹ ਨਹੀਂ ਸਮਝਣਾ ਕਿ ਜੋ ਕੁਝ ਕਰਦਾ ਹੈ ਉਹ ਮਨੁੱਖ ਕਰਦਾ ਹੈ। ਕਹਿੰਦੇ ਨੇ ਕਿ ਕਰਨ ਤੇ ਕਰਾਉਣ ਵਾਲੇ ਗੁਰੂ ਹਨ, ਇਸ ਗੱਲ ਨੂੰ ਤੂੰ ਜਾਣਨਾ ਹੈ। ਹਿਮ ਸਮਝਾਏ ਸੰਗ ਤਿਸ ਕੀਨੋ, ਤਬ ਸ੍ਰੀ ਅਮਰ ਚਲੇ ਰਸ ਪੀਨੋ। ਕਵੀ ਜੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਸਮਝਾ ਕੇ ਨਾਲ ਜਾਣ ਦੇ ਵਾਸਤੇ ਗੋਂਦੇ ਦੇ ਅਮਰਦਾਸ ਜੀ ਨੂੰ ਤਿਆਰ ਕੀਤਾ ਹੈ। ਉਸੇ ਵੇਲੇ ਅਮਰਦਾਸ ਜੀ ਜੋ ਕਿ ਪ੍ਰੇਮ ਦੇ ਰਸ ਦੇ ਵਿੱਚ ਭਿੱਜੇ ਹੋਏ ਨੇ, ਉਹ ਗੁਰੂ ਦਾ ਬਚਨ ਮੰਨ ਕੇ ਚੱਲ ਪਏ। ਪ੍ਰੇਮ ਤਰੋਵਰ ਉਰ ਕੇ ਮਾਹੀ, ਸ਼ਰਦਾ ਆਲ ਬਾਲ ਹੈ ਜਾਹੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਹ ਗੱਲ ਨੂੰ ਸਿੱਧ ਕਰ ਰਹੇ ਨੇ ਕਿ ਕਿਸ ਤਰ੍ਹਾਂ ਦਾ ਪ੍ਰੇਮ ਹੈ ਅਮਰਦਾਸ ਜੀ ਦੇ ਹਿਰਦੇ ਦੇ ਅੰਦਰ, ਔਰ ਇਸ ਨੂੰ ਇੱਕ ਰੁੱਖ ਦੀ ਸ਼ਕਲ ਦੇ ਵਿੱਚ ਉਹ ਬਿਆਨ ਕਰਦੇ ਨੇ। ਪ੍ਰੇਮ ਤਰੋਵਰ ਉਰ ਕੇ ਮਾਹੀ, ਕਵੀ ਜੀ ਕਹਿੰਦੇ ਨੇ ਕਿ ਮਾਨੋ ਪ੍ਰੇਮ ਦਾ ਜਿਹੜਾ ਬੂਟਾ ਹੈ ਨਾ, ਉਹ ਅਮਰਦਾਸ ਜੀ ਦੇ ਹਿਰਦੇ ਦੇ ਵਿੱਚ ਉੱਗਿਆ ਹੋਇਆ। ਸ਼ਰਦਾ ਆਲ ਬਾਲ ਹੈ ਜਾਹੀ, ਜਿਸ ਤਰੀਕੇ ਦੇ ਨਾਲ ਕੋਈ ਆਪਾਂ ਜ਼ਮੀਨ ਦੇ ਵਿੱਚ ਬੂਟਾ ਲਾਈਏ ਤੇ ਫਿਰ ਬੂਟੇ ਨੂੰ ਪਾਣੀ ਪਾਉਣ ਦੇ ਵਾਸਤੇ ਉਹਦੇ ਦੁਆਲੇ ਛੋਟੀ ਛੋਟੀ ਇੱਕ ਵੱਟ ਜੀ ਬਣਾ ਦੇਈਦੀ ਹੈ, ਤਾਂ ਕਿ ਬੂਟੇ ਦੇ ਲਾਗੇ ਪਾਣੀ ਬਹੁਤਾ ਚਿਰ ਠਹਿਰਿਆ ਰਹਿ ਸਕੇ। ਕਹਿੰਦੇ ਨੇ ਕਿ ਉਹ ਜਿਹੜੀ ਵੱਟ ਹੈ ਨਾ ਬੂਟੇ ਦੇ ਦੁਆਲੇ ਬਣਾਈ ਦੀ ਹੈ, ਉਹ ਮਾਨੋ ਸ਼ਰਧਾ ਦੀ ਹੈ ਔਰ ਪ੍ਰੇਮ ਦਾ ਬੂਟਾ ਹੈ। ਗੋਰੇ ਆਇਸ ਕੇ ਨਿਤ ਅਨੁਸਾਰੀ, ਯਹੀ ਸੰਚਬੇ ਕੋ ਬਰਬਾਰੀ। ਔਰ ਇਹ ਜਿਹੜਾ ਪ੍ਰੇਮ ਦਾ ਬੂਟਾ ਲੱਗਿਆ ਹੈ, ਕਹਿੰਦੇ ਨੇ ਇਸ ਨੂੰ ਪਾਣੀ ਕਾਹਦਾ ਪਾਇਆ ਜਾਂਦਾ ਹੈ, ਮਾਨੋ ਕਿ ਗੁਰੂ ਦੇ ਹੁਕਮ ਨੂੰ ਹਮੇਸ਼ਾ ਜਿਸ ਤਰ੍ਹਾਂ ਹੋਵੇ ਉਸੇ ਤਰ੍ਹਾਂ ਮੰਨਣਾ। ਇਹ ਮਾਨੋ ਕਿ ਉਸ ਨੂੰ ਸਿੰਚਣ ਦੇ ਵਾਸਤੇ, ਪਾਲਣ ਦੇ ਵਾਸਤੇ ਸੋਨਾ ਪਾਣੀ। ਨਿਸ ਦਿਨ ਚਿਤਵਨ ਬਲ ਕਲ ਹੈ, ਦ੍ਰਿੜ ਜੜ ਸਦਾ ਭਗਤੀ ਮੈਂ ਰਹਿ। ਇਸ ਤੋਂ ਇਲਾਵਾ ਕਵੀ ਜੀ ਕਹਿੰਦੇ ਨੇ ਕਿ ਨਿਸ ਦਿਨ ਚਿਤਵਨ ਬਲਕਲ ਹੈ। ਬਲਕਲ ਆਖਿਆ ਜਾਂਦਾ ਹੈ ਜਿਹੜੀ ਰੁੱਖ ਦੀ ਛਿੱਲ ਹੁੰਦੀ ਹੈ। ਮਾਨੋ ਕਿ ਜਿਹੜੀ ਰੁੱਖ ਦੀ ਛਿੱਲ ਹੈ ਨਾ, ਉਹ ਇਹ ਹੈ ਕਿ ਰਾਤ ਦਿਨ ਗੁਰੂ ਦੀ ਚਿਤਵਨਾ ਕਰਦੇ ਰਹਿਣਾ, ਉਸ ਦੇ ਵਾਸਤੇ ਸੋਚਦੇ ਰਹਿਣਾ। ਦ੍ਰਿੜ ਜੜ ਸਦਾ ਭਗਤੀ ਮੈਂ ਰਹਿ, ਔਰ ਇਸ ਪ੍ਰੇਮ ਰੂਪੀ ਬੂਟੇ ਦੀ ਜਿਹੜੀ ਜੜ ਹੈ ਨਾ, ਉਹ ਹਮੇਸ਼ਾ ਭਗਤੀ ਦੇ ਵਿੱਚ ਰਹਿੰਦੀ। ਸਤ ਸੰਤੋਖ ਆਦ ਗੁਣ ਸਾਰੇ, ਚੌਹ ਦਿਸ਼ਣ ਬਿਸਤਰ ਸੋ ਡਾਰੇ। ਸਤ ਸੰਤੋਖ ਆਦ ਵਰਗੇ ਜਿਹੜੇ ਸਾਰੇ ਹੀ ਦੈਵੀ ਗੁਣ ਨੇ, ਮਾਨੋ ਕਿ ਉਸ ਰੁੱਖ ਦੀਆਂ ਇਹਨਾਂ ਨੂੰ ਟਾਹਣੀਆਂ ਸਮਝਣਾ ਚਾਹੀਦਾ। ਆਤਮ ਗਿਆਨ ਮਹਾ ਫਲ ਲਾਗੇ, ਰਸ ਆਨੰਦ ਪ੍ਰਾਪਤ ਵੱਡ ਭਾਗੇ। ਇਸ ਤੋਂ ਬਾਅਦ ਇਸ ਬੂਟੇ ਨੂੰ ਕਹਿੰਦੇ ਨੇ ਕਿ ਆਤਮ ਗਿਆਨ ਦਾ ਜਿਹੜਾ ਸੋਹਣਾ ਫਲ ਹੈ ਉਹ ਲੱਗਦਾ ਹੈ। ਉਸ ਫਲ ਨੂੰ ਕਹਿੰਦੇ ਨੇ ਵੱਡੇ ਭਾਗਾਂ ਵਾਲੇ ਚੱਖਦੇ ਨੇ, ਉਸ ਦੇ ਰਸ ਨੂੰ ਇਸ ਤਰੀਕੇ ਦੇ ਨਾਲ ਹੀ ਉਹ ਮਾਣਦੇ ਨੇ। ਆਸਤਰ ਪ੍ਰੇਮ ਬਰ ਦਿਓ ਪਾਓ, ਔਰ ਸ੍ਰੀ ਅਮਰ ਅਚਲ ਬਰ ਥਾਓ। ਹੁਣ ਕਵੀ ਜੀ ਕਹਿੰਦੇ ਨੇ ਕਿ ਐਸਾ ਪ੍ਰੇਮ ਰੂਪੀ ਜਿਹੜਾ ਬੂਟਾ ਹੈ, ਜਿਸ ਦੇ ਵਿੱਚ ਭਾਵ ਪਿਆਰ ਦੇ ਵਲਵਲੇ ਸਦਾ ਹੀ ਵਸਦੇ ਹਨ, ਉਹ ਅਮਰਦਾਸ ਜੀ ਦੇ ਸ੍ਰੇਸ਼ਟ ਹਿਰਦੇ ਦੇ ਵਿੱਚ ਟਿਕ ਗਿਆ ਹੈ। ਮਾਨੋ ਕਿ ਇਸ ਬੂਟੇ ਦਾ ਟਿਕਾਣਾ ਅਮਰਦਾਸ ਜੀ ਦੇ ਹਿਰਦੇ ਦੇ ਵਿੱਚ। ਚੱਲ ਬੇ ਸਮੇਂ ਨੀਰ ਭਰ ਆਵਾ, ਨਮੋ ਕਰਤ ਪਦ ਪਦਮ ਪਿਗਾਵਾ। ਹੁਣ ਜਦੋਂ ਅਮਰਦਾਸ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਵਿਛੜਨ ਲੱਗੇ ਨੇ, ਉਸ ਵੇਲੇ ਕਹਿੰਦੇ ਨੇ ਕਿ ਅੱਖਾਂ ਦੇ ਵਿੱਚ ਪਾਣੀ ਭਰ ਆਇਆ ਹੈ। ਨਮੋ ਕਰਤ ਪਦ ਪਦਮ ਪਿਗਾਵਾ। ਜਦੋਂ ਹੀ ਅਮਰਦਾਸ ਜੀ ਨੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਆਪਣੇ ਮਸਤਕ ਨੂੰ ਰੱਖਿਆ ਤੇ ਅਮਰਦਾਸ ਜੀ ਦੇ ਅਥਰੂਆਂ ਦੇ ਪਾਣੀ ਨੇ ਮਾਨੋ ਕਿ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਧੋ ਦਿੱਤਾ। ਮਿਲਿਓ ਰਹਿਓ
ਬੀਤਿਓ ਚਿਰਕਾਲ, ਵਿਛੜਨ ਤੇ ਦੁੱਖ ਲਹਿਓ ਵਿਸਾਲ। ਹੁਣ ਕਵੀ ਜੀ ਕਹਿੰਦੇ ਨੇ ਕਿ ਬਹੁਤ ਸਾਲਾਂ ਦੇ, ਕਰੀਬ 11-12 ਸਾਲਾਂ ਦੇ ਸਤਿਗੁਰਾਂ ਦੇ ਕੋਲ ਰਹਿ ਰਹੇ ਸਨ। ਇਸ ਕਰਕੇ ਪ੍ਰੇਮ ਬਹੁਤਾ ਜ਼ਿਆਦਾ ਵੱਧ ਗਿਆ ਸੀ। ਇਸ ਵੇਲੇ ਪਹਿਲੀ ਵਾਰੀ 11 ਸਾਲਾਂ ਤੋਂ ਬਾਅਦ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵਿਛੜਨ ਲੱਗੇ ਨੇ। ਇਸ ਕਰਕੇ ਬਹੁਤ ਜ਼ਿਆਦਾ ਦੁੱਖ ਮੰਨ ਰਹੇ ਨੇ। ਪੁਨ ਤੀਰਜ ਦੇ ਅਦਕ ਗੁਸਾਈ, ਕਰਿਓ ਪਠਾਵਣ ਕੋ ਤਿਸ ਥਾਈ। ਇਸ ਤੋਂ ਬਾਅਦ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਹੀ ਜ਼ਿਆਦਾ ਧੀਰਜ ਦਿੱਤਾ ਹੈ ਅਮਰਦਾਸ ਜੀ ਨੂੰ, ਤੇ ਫਿਰ ਉਸ ਨੂੰ ਉਸ ਗੋਂਦੇ ਦੇ ਨਾਲ ਤੋੜ ਦਿੱਤਾ। ਗੁਰ ਸਨਮੁਖ ਮੁਖ ਰਾਖ ਪਿਆਨਾ, ਪਾਛਲ ਦਿਸ਼ਾ ਧਰਤ ਪਗ ਜਾਨਾ। ਉਸ ਵੇਲੇ ਅਮਰਦਾਸ ਜੀ ਨੇ ਆਪਣਾ ਜਿਹੜਾ ਚਿਹਰਾ ਹੈ ਉਸ ਨੂੰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਰੱਖਿਆ ਹੈ, ਤੇ ਕਹਿੰਦੇ ਨੇ ਪਿਛਲੇ ਪੈਰੀ ਉਹਨਾਂ ਨੇ ਤੁਰਨਾ ਸ਼ੁਰੂ ਕੀਤਾ। ਇਸ ਪ੍ਰਕਾਰ ਸੁਤ ਪਰਖਣ ਕਰੇ, ਭਰਮ ਸਰਬ ਸਿੱਖਣ ਕੇ ਹਰੇ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਦੀ ਪਰਖ ਕੀਤੀ, ਔਰ ਸਾਰੀ ਸੰਗਤ ਨੂੰ ਇਸ ਤਰੀਕੇ ਦੇ ਨਾਲ ਸਮਝ ਆ ਗਈ ਕਿ ਵਾਕਿਆ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਦੇ ਜਿਹੜੇ ਲਾਇਕ ਨੇ ਉਹ ਅਮਰਦਾਸ ਨੇ। ਦਾਤੂ ਤੇ ਦਾਸੂ ਇਸ ਗੱਲ ਦੇ ਯੋਗ ਨਹੀਂ ਹਨ। ਸਾਰਿਆਂ ਸਿੱਖਾਂ ਦਾ ਭਰਮ ਦੂਰ ਹੋ ਗਿਆ। ਜਾਣਤ ਭਏ ਕਰੀ ਬਹੁ ਸੇਵਾ, ਲੀਏ ਰਿਝਾਏ ਅਦਕ ਗੁਰਦੇਵਾ। ਹੁਣ ਸਾਰੇ ਸਿੱਖ ਇਸ ਗੱਲ ਤੋਂ ਜਾਣੂ ਹੋ ਗਏ ਨੇ ਕਿ ਕਰੀ ਬਹੁ ਸੇਵਾ, ਕਿ ਅਮਰਦਾਸ ਜੀ ਨੇ ਬਹੁਤ ਜ਼ਿਆਦਾ ਜਿਹੜੀ ਸੇਵਾ ਹੈ ਉਹ ਉਸ ਨੂੰ ਕੀਤਾ ਹੈ, ਤੇ ਸੇਵਾ ਕਰਕੇ ਮਾਨੋ ਕਿ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਨੇ ਰਿਝਾ ਲਿਆ ਹੈ। ਕਿਉਂਕਿ ਧੰਨ ਉਹ ਪੁਰਸ਼ ਹੁੰਦੇ ਨੇ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਸੇਵਾ ਕਰਕੇ ਗੁਰੂ ਨੂੰ ਪ੍ਰਸੰਨ ਕਰ ਲੈਂਦੇ ਨੇ। ਗੁਰਬਾਣੀ ਦੇ ਵਿੱਚ ਵਾਕ ਆਉਂਦਾ ਹੈ, ਜਿਨੀ ਮੈਂਡਾ ਲਾਲ ਰਿਝਾਈਆ, ਹੋ ਤਿਸ ਆਗੇ ਮਨ ਡੇਹੀਆਂ। ਕਹਿੰਦੇ ਨੇ ਕਿ ਜਿਨ੍ਹਾਂ ਨੇ ਮੇਰੇ ਲਾਲ ਨੂੰ ਭਾਵ ਕੇ ਸਤਿਗੁਰੂ ਨੂੰ ਰਿਝਾ ਲਿਆ ਹੈ, ਉਹਨੂੰ ਖੁਸ਼ ਕਰ ਲਿਆ, ਮੈਂ ਉਸ ਦੇ ਅੱਗੋਂ ਵਾਰੇ ਜਾਣਾ। ਇਸ ਤਰੀਕੇ ਦੇ ਨਾਲ ਗੁਰੂ ਜੀ ਨੂੰ ਖੁਸ਼ ਕੀਤਾ ਅਮਰਦਾਸ। ਗੁਰ ਪਰਮੇਸ਼ਰ ਸੇਵ ਬਸੀ ਹੈ, ਜਿਨ ਕੀ ਹੰਤਾ ਹਿਰਦੈ ਨਸੀ ਹੈ। ਹੁਣ ਜਿਹੜੇ ਸਿੱਖ ਸੇਵਕ ਨੇ ਉਹ ਆਪਸ ਦੇ ਵਿੱਚ ਗੱਲਾਂ ਕਰਦੇ ਨੇ ਕਿ ਜਿਹੜਾ ਗੁਰੂ ਹੁੰਦਾ ਹੈ ਜਾਂ ਜਿਹੜਾ ਪਰਮੇਸ਼ਰ ਹੁੰਦਾ ਹੈ ਉਹ ਤੇ ਸੇਵਾ ਦੇ ਵਸ ਦੇ ਵਿੱਚ ਹੁੰਦਾ ਹੈ, ਔਰ ਇਸ ਅਮਰਦਾਸ ਨੇ ਬੜੀ ਸੇਵਾ ਕੀਤੀ। ਕਿਉਂ ਨਾ ਹੋਏ ਤਿਨ ਕੇ ਅਨਕੂਲੀ। ਕਹਿੰਦੇ ਨੇ ਕਿ ਜਿਨ੍ਹਾਂ ਨੇ ਆਪਣੇ ਮਨ ਦੇ ਵਿੱਚੋਂ ਹੰਗਦਾ ਤਿਆਗ ਦਿੱਤੀ ਹੈ, ਹੰਕਾਰ ਨੂੰ ਦੂਰ ਕਰ ਦਿੱਤਾ ਹੈ, ਕਿਉਂ ਨਹੀਂ ਸਤਿਗੁਰੂ ਜੀ ਉਸ ਦੇ ਉੱਤੇ ਪ੍ਰਸੰਨ ਹੋਣਗੇ, ਕਿਉਂ ਉਸ ਦੇ ਅਨੁਕੂਲ ਨਹੀਂ ਹੋਣਗੇ। ਸਿਮਰੈ ਜੇ ਔਰ ਸਭ ਕਿਛ ਭੂਲੀ। ਜਿਹੜੇ ਸਾਰਾ ਕੁਝ ਭੁਲਾ ਕੇ ਸਿਮਰਦੇ ਨੇ, ਯਾਦ ਕਰਦੇ ਨੇ, ਕਿਉਂ ਸਤਿਗੁਰੂ ਜੀ ਉਹਨਾਂ ਦੇ ਉੱਤੇ ਪ੍ਰਸੰਨ ਨਹੀਂ ਹੋਣਗੇ। ਕਹਿਣ ਤੋਂ ਭਾਵ ਹੈ ਕਿ ਜ਼ਰੂਰ ਪ੍ਰਸੰਨ ਹੋਣਗੇ, ਜ਼ਰੂਰ ਖੁਸ਼ੀਆਂ ਬਖਸ਼ਣਗੇ। ਹਮਰੋ ਪਿਤਾ ਪੁੱਤਰ ਹੰਕਾਰ, ਸੇਵ ਭਾਵ ਕੋ ਹਿਰਦੈ ਨਾ ਧਾਰੈ। ਪੁੱਤਰਾਂ ਦੇ ਮਨ ਦੇ ਵਿੱਚ ਹੰਕਾਰ ਹੈ ਕਿ ਸਾਡੇ ਪਿਤਾ ਹਨ, ਇਸ ਲਈ ਉਹਨਾਂ ਦੇ ਹਿਰਦੇ ਦੇ ਵਿੱਚ ਰਤਾ ਵੀ ਸੇਵਾ ਦੀ ਭਾਵਨਾ ਨਹੀਂ। ਜਿਵ ਸ੍ਰੀ ਨਾਨਕ ਦੀਨ ਸਦਾਸ, ਸ੍ਰੀ ਚੰਦ ਤਜ ਲਖਮੀ ਦਾਸ। ਹੁਣ ਸੰਗਤ ਆਪਸ ਦੇ ਵਿੱਚ ਵਿਚਾਰਾਂ ਕਰਦੀ ਹੈ ਕਿ ਜਿਸ ਤਰੀਕੇ ਦੇ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀ ਜਿਹੜੀ ਗੁਰਿਆਈ ਸੀ ਉਹ ਨਾ ਸ੍ਰੀ ਚੰਦ ਨੂੰ ਦਿੱਤੀ ਤੇ ਨਾ ਹੀ ਲਖਮੀ ਦਾਸ ਨੂੰ ਦਿੱਤੀ, ਕਿਉਂਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਯੋਗ ਨਹੀਂ ਸਮਝਿਆ। ਕਹਿੰਦੇ ਨੇ ਇਸੇ ਤਰੀਕੇ ਦੇ ਨਾਲ ਹੁਣ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਵੀ ਕਰਨਗੇ। ਤੈਸੇ ਇਨਹੁ ਕੀਨ ਸਭ ਜਾਨੀ, ਲਾਹਿਓ ਪਰਮ ਪਦ ਸੇਵਾ ਠਾਨੀ। ਹੁਣ ਸੰਗਤ ਇਸ ਗੱਲ ਤੋਂ ਜਾਣੂ ਹੋ ਚੁੱਕੀ ਹੈ ਕਿ ਇਸੇ ਤਰੀਕੇ ਦੇ ਨਾਲ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਨੋ ਕਿ ਅਮਰਦਾਸ ਨੂੰ ਆਪਣੀ ਗੁਰਿਆਈ ਦਾ ਵਾਰਸ ਚੁਣਿਆ ਹੈ, ਔਰ ਪਰਮ ਪਦਵੀ ਦੀ ਜਿਹੜੀ ਪ੍ਰਾਪਤੀ ਹੈ ਨਾ ਉਹ ਅਮਰਦਾਸ ਨੂੰ ਹੀ ਹੋਵੇਗੀ। ਇਤਿਆਦਿਕ ਸਿੱਖ ਆਪ ਸਮਾਹੇ, ਸ੍ਰੀ ਗੁਰ ਕਰੇ ਅਨੁਚਤੀ ਨਾਹੇ। ਇਸ ਤਰੀਕੇ ਦੇ ਨਾਲ ਸਿੱਖ
आपस दे विच गल्लां करदे ने कि सतगुरु अंगद देव सच्चे पातशाह जी जो कर रहे हैं बिल्कुल ठीक कर रहे हैं, ये कोई अनुचित गल नहीं है, भाव के करन वाली गल कर रहे हैं, इस दे विच कोई अनुचित गल नहीं है। जे वो अपना वारस अमरदास नूं बनाउणा चाहुंदे हन और ये योग गल है। इस जगह दे उत्ते ग्रंथाकार भाई संतोख सिंह जी अपने इस अध्याय की समाप्ति करके नवें अगले अध्याय का प्रारंभ करते हैं। पिछल पाए श्री अमर जी गोंदे के संग जाए, सने सने मग चलत हैं जप जी पाठ कराए। हुण कवि जी लिखते ने कि पिछले पैरी अमरदास जी गोंदे दे नाल चलदे जांदे ने, हौली हौली चलदे जांदे ने ते नाल ही अमरदास जी जपजी साहब दा पाठ करदे जांदे। बृहद शरीर निबल कद छोटा, परम विशाल सबन के ओटा। अमरदास जी दी किस तरह दी ढील डौल है, उन्हां दी किस तरह दी शरीरक हालत है, उस दे बारे कवि जी कहंदे ने बृहद शरीर। अमरदास जी दा जिहड़ा शरीर है वह बिरध है, निबल है, बल तो रहत है, कद छोटा। इस तो इलावा कवि जी ये भी कहते ने कि अमरदास जी मदरे कद दे हन। परम विशाल सबन के ओटा, पर फिर भी कहते ने परम विशाल ने, वो बहुत वड्डे तो वड्डे ने, भाव कि वो सारी दुनिया दा वड्डे आसरा ने। तीन कोस पर जब ही गए, हाथ जोर तह ठांडे पे। इसे तरह चलदियां चलदियां पिछले पैरी पाठ करदियां करदियां 3 कोहां दी दूरी नूं अमरदास जी तय कर गए ने। जदों 3 कोहां दी दूरी तय कीती, उस जगह दे उत्ते जाके अमरदास जी खड़े हो गए। जप जी पाठ भोग को पायो, और श्री अंगद रूप बसायो। कहंदे ने कि उस जगह ते खड़े होके उन्होंने अरदास की है, जपजी साहब का जिहड़ा पाठ कर रहे सन ओदा भोग पाया है, उसकी समाप्ति की है ते सतगुरु अंगद देव सच्चे पातशाह जी दे स्वरूप नूं अपने हिरदे दे विच वसाया। परे करी अष्टांग प्रणाम, श्री गुरुदेव कृपा गुण धाम। उस जगह दे उत्ते खड़े होके अरदास करन तो बाद फिर उन्होंने लम्मे पै के दंडौत की है, जिसनों अष्टांग भी आख्या जाता है। जेड़े लम्मे पै के बंदना करते ने उन्होंने अष्टांग आख्या जाता है, क्योंकि लम्मे पै के बंदना करन दे नाल मनुख दे शरीर दे 8 अंग जिहड़े ने ना वो धरती ते लगदे ने, ओहदे दोवें हत्थ धरती ते लगदे ने। इस तो इलावा ओहदे दोवें पैर धरती ते लगदे ने, फिर पेट लगदा है, छाती लगदी है, मत्था लगदा है। इस तरीके दे नाल 8 अंग जिहड़े ने ना वो धरती ते लगदे ने। इस नूं अष्टांग आख्या जांदा है, जिहड़े लम्मे पै के नमस्कार करदे ने। कई कई जगह ते इत्थे भी देखण दे विच आया है कि सतगुरु जगजीत सिंह सच्चे पातशाह जी नूं कई मनुख दंडौत करदे ने, अष्टांग करदे ने लम्मे पै के। हुण ग्रंथाकार भाई संतोख सिंह जी इस गल दा जिक्र करदे ने कि उस वेले फिर अमरदास जी ने लम्मे पै के दंडौत की है, प्रणाम की है। श्री गुरुदेव कृपा गुण धाम, जेड़े सतगुरु अंगद देव सच्चे पातशाह जी किरपा दे घर ने, उन्हां नूं इस तरह नमस्कार कीते। पुन कर मुख देश गोयंदवाल, गमने पंथ निरभै तिस काल। 3 कोहां तक लगातार अमरदास जी पिछले पैरी तुरे आए, फिर उस जगह दे उत्ते अरदास करके खड़े होके फिर उन्होंने जिहड़ा मुंह है ना वो गोयंदवाल दे वल कीता है ते बड़ा निर्भय होके निडर होके वो जा रहे हैं। छरी गुरु की कर में तारी, सादरी ऊंचे करी उठारी। अजे गोयंदवाल भावें कि उसका नाम नहीं रखा गया, पर ग्रंथाकार जी ने पहला ही गोयंदवाल ये शब्द लिखा है। कहते ने कि उस पिंड दे विच पहुंच गए ने जेड़ा गोंदे दा पिंड है, और जेड़ी सतगुरु अंगद देव सच्चे पातशाह जी ने वो सोटी दिती हुई सी अमरदास नूं, वो उन्होंने बड़े सत्कार दे नाल अपने सिर दे उत्ते रखी हुई। करके अपने हाथ अगारी, भूत प्रेत को जाए दिखारी।
ਹੁਣ ਬਹੁਤ ਸਾਰੇ ਜਿਹੜੇ ਭੂਤਨੇ ਨੇ ਇਕੱਠੇ ਹੋਏ ਨੇ ਉੱਥੇ, ਕਹਿੰਦੇ ਨੇ ਕਿ ਆਪਣੇ ਹੱਥ ਦੇ ਵਿੱਚ ਜਿਹੜੀ ਉਹਨਾਂ ਨੇ ਸੋਟੀ ਫੜੀ ਹੈ ਉਹ ਉਸ ਨੂੰ ਥੋੜਾ ਥੋੜਾ ਹਿਲਾਉਂਦੇ ਜਾਂਦੇ ਨੇ, ਭੂਤਾਂ ਪ੍ਰੇਤਾਂ ਨੂੰ ਮਾਨੋ ਕਿ ਸੋਟੀ ਦਿਖਾ ਰਹੇ ਨੇ। ਪਾਰੀ ਤਪਤ ਦੀਰਘ ਤਨ ਮਾਹੀ, ਛਿਨ ਪਰ ਥਿਰਿਓ ਜਾਏ ਤਹ ਨਾਹੀ। ਹੁਣ ਉਸ ਦਿੱਤੀ ਹੋਈ ਸੋਟੀ ਦੇ ਵਿੱਚ ਹੀ ਐਸੀ ਕਰਾਮਾਤ ਹੈ ਕਿ ਜਦੋਂ ਹੀ ਅਮਰਦਾਸ ਜੀ ਸੋਟੀ ਨੂੰ ਅੱਗੇ ਕਰਦੇ ਨੇ ਤੇ ਸੋਟੀ ਤੋਂ ਉਹਨਾਂ ਭੂਤਨਿਆਂ ਨੂੰ ਡਰ ਲੱਗਦਾ ਹੈ, ਉਹਨਾਂ ਨੂੰ ਤਪਸ਼ ਪੈਦਾ ਹੁੰਦੀ ਹੈ। ਛਿਨ ਪਰ ਥਿਰਿਓ ਜਾਏ ਤਹ ਨਾਹੀ, ਉਹ ਇੱਕ ਖਿਣ ਦੇ ਮਾਤਰ ਵੀ ਸੋਟੀ ਦੇ ਸਾਹਮਣੇ ਟਿਕ ਨਹੀਂ ਸਕਦੇ, ਉਹਨਾਂ ਨੂੰ ਸੋਟੀ ਤੋਂ ਸੇਕ ਆਉਂਦਾ ਹੈ। ਜਰੇ ਜਾਤ ਤਿਨ ਕੇਰ ਸਰੀਰਾ, ਭਏ ਅਧੀਰ ਸੰਭਾਰਨਾ ਚੀਰਾ। ਹੁਣ ਉਹਨਾਂ ਦੇ ਜਿਹੜੇ ਸਰੀਰ ਨੇ ਉਹ ਸੜਦੇ ਜਾਂਦੇ ਨੇ, ਬਹੁਤ ਹੀ ਜ਼ਿਆਦਾ ਅਧੀਰਜ ਹੋ ਗਏ ਨੇ, ਮਾਨੋ ਕਿ ਧੀਰਜ ਉਹਨਾਂ ਦੇ ਮਨ ਦੇ ਵਿੱਚ ਨਹੀਂ ਰਹੀ ਔਰ ਆਪਣੇ ਕੱਪੜਿਆਂ ਦੀ ਵੀ ਕੋਈ ਉਹ ਸੰਭਾਲ ਨਹੀਂ ਕਰਦੇ। ਪਿਤਾ ਪੁੱਤਰ ਕੋ ਨਾਹਨ ਸੰਭਾਰੈ, ਭਰਾਤ ਭਰਾਤ ਕੋ ਛੋਰ ਪਧਾਰੈ। ਜਿਹੜਾ ਪਿਤਾ ਹੈ ਆਪਣੇ ਪੁੱਤਰ ਦੀ ਸੰਭਾਲ ਨਹੀਂ ਕਰ ਰਿਹਾ, ਇਸ ਤੋਂ ਇਲਾਵਾ ਭਰਾ ਆਪਣੇ ਦੂਸਰਿਆਂ ਭਰਾਵਾਂ ਨੂੰ ਛੱਡ ਕੇ ਜਾਨ ਬਚਾਉਣ ਦੇ ਵਾਸਤੇ ਦੌੜ ਰਹੇ ਨੇ। ਕਿਉਂਕਿ ਜਿਸ ਤਰੀਕੇ ਦੇ ਨਾਲ ਅਸੀਂ ਸਮਾਜ ਦੇ ਵਿੱਚ ਵਸਦੇ ਹਾਂ, ਸਾਡੇ ਪੁੱਤਰ ਨੇ, ਧੀਆਂ ਨੇ, ਪਰਿਵਾਰ ਹੈ, ਸਾਕ ਨੇ, ਸੰਬੰਧੀ ਨੇ, ਇਸੇ ਤਰੀਕੇ ਦੇ ਨਾਲ ਜਿਹੜੇ ਐਸੇ ਭੂਤ ਪ੍ਰੇਤ ਨੇ ਉਹਨਾਂ ਦੇ ਵੀ ਆਪਣੇ ਪਰਿਵਾਰ ਨੇ, ਉਹਨਾਂ ਦਾ ਵੀ ਜੀਆ ਜੰਤ ਹੈ, ਉਹਨਾਂ ਦਾ ਵੀ ਕੁਟੁੰਬ ਹੈ, ਉਹ ਆਪਣੇ ਤੌਰ ਦੇ ਉੱਤੇ ਉਸੇ ਤਰੀਕੇ ਦੇ ਨਾਲ ਪਰਿਵਾਰ ਬਣਾ ਕੇ ਰਹਿੰਦੇ ਨੇ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਜਿਹੜੇ ਉਹ ਭੂਤਨੇ ਨੇ ਉਹ ਆਪਣੇ ਜਿਹੜੇ ਪਿਤਾ ਨੇ ਉਹ ਪੁੱਤਰਾਂ ਦੀ ਸੰਭਾਲ ਨਹੀਂ ਕਰ ਰਹੇ, ਜਿਹੜੇ ਭਰਾ ਨੇ ਉਹ ਆਪਣੇ ਦੂਸਰਿਆਂ ਭਰਾਵਾਂ ਦੇ ਵਾਸਤੇ ਨਹੀਂ ਸੋਚ ਰਹੇ। ਇਸਤਰੀ ਤਿਆਗ ਚਲੇ ਪਤ ਪ੍ਰੇਤ, ਕਿਤੇ ਪਰੇ ਤਰ ਹੋਏ ਅਚੇਤ। ਜਿਹੜੀ ਇਸਤਰੀ ਹੈ ਉਹ ਮਾਨੋ ਕਿ ਆਪਣੇ ਪਤੀ ਪ੍ਰੇਤ ਨੂੰ ਛੱਡ ਕੇ ਜਾ ਰਹੀ ਹੈ, ਕਈ ਬਹੁਤ ਸਾਰੇ ਬੇਸੁੱਧ ਹੋ ਕੇ, ਅਚੇਤ ਹੋ ਕੇ ਧਰਤੀ ਦੇ ਉੱਤੇ ਡਿੱਗ ਪਏ। ਹਾਲਾ ਚਲੀ ਐਸੇ ਤਿਨ ਪਰੀ, ਗਏ ਥਾਨ ਤਜ ਥਿਰੇ ਨਾ ਕਰੀ। ਸਾਰਿਆਂ ਦੇ ਵਿੱਚ ਬੜੀ ਹਲਚਲ ਮਚ ਗਈ ਹੈ, ਬੜੀ ਭਗਦੜ ਮਚ ਗਈ ਹੈ। ਕਹਿੰਦੇ ਨੇ ਕਿ ਆਪੋ ਆਪਣੀ ਜਗ੍ਹਾ ਨੂੰ ਛੱਡ ਛੱਡ ਕੇ ਉਹ ਸਾਰੇ ਦੇ ਸਾਰੇ ਜਾ ਰਹੇ ਨੇ, ਇੱਕ ਘੜੀ ਵੀ ਉਹ ਠਹਿਰ ਨਹੀਂ ਸਕਦੇ। ਹਾਹਾਕਾਰ ਕਰਤ ਭਜ ਚਲੇ, ਸਕਲ ਦਿਸ਼ਨ ਹੋਏ ਸਕੇ ਨਾ ਖਲੇ। ਹਾਹਾਕਾਰ ਮਚ ਗਈ ਹੈ, ਉਹਨਾਂ ਸਾਰਿਆਂ ਦੇ ਵਿੱਚ ਦੌੜ ਦੌੜ ਕੇ ਜਾ ਰਹੇ ਨੇ, ਸਾਰਿਆਂ ਪਾਸਿਆਂ ਤੋਂ ਨਿਕਲਣ ਦਾ ਯਤਨ ਕਰਦੇ ਨੇ, ਉਹ ਅਮਰਦਾਸ ਜੀ ਦੇ ਅੱਗੇ ਖੜੇ ਨਹੀਂ ਰਹਿ ਸਕਦੇ। ਜਿਉਂ ਜਿਉਂ ਛਰੀ ਹਿਲਾਵਣ ਕਰਹੀ, ਤਿਉਂ ਤਿਉਂ ਤਪੋਂ ਤਿਨੋਂ ਪਰ ਪਰਹੀ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਵੇਂ ਜਿਵੇਂ ਅਮਰਦਾਸ ਜੀ ਉਸ ਸੋਟੀ ਨੂੰ ਹਿਲਾਈ ਜਾ ਰਹੇ ਨੇ, ਤਿਵੇਂ ਤਿਵੇਂ ਉਸ ਸੋਟੀ ਤੋਂ ਉਹਨਾਂ ਨੂੰ ਸੇਕ ਲੱਗਦਾ ਹੈ, ਤਪਸ਼ ਵੱਧਦੀ ਹੈ ਤੇ ਉਹ ਡਰ ਡਰ ਕੇ ਪੀੜਾ ਬਣ ਕੇ ਦੌੜਦੇ ਜਾਂਦੇ ਨੇ। ਕਿਉਂਕਿ ਐਸੀਆਂ ਜਿਹੜੀਆਂ ਮਾੜੀਆਂ ਆਤਮਾਵਾਂ ਨੇ ਉਹਨਾਂ ਨੂੰ ਸੱਤ ਪੁਰਸ਼ਾਂ ਤੋਂ ਹਮੇਸ਼ਾ ਸੇਕ ਆਉਂਦਾ ਹੈ। ਹੁਣ ਸੰਪਾਦਕ ਜਿਹੜੇ ਇਸ ਗ੍ਰੰਥ ਦੇ ਨੇ ਉਹਨਾਂ ਨੇ 2-4 ਸਤਰਾਂ ਇਸ ਤਰੀਕੇ ਦੇ ਨਾਲ ਲਿਖੀਆਂ ਨੇ। ਪ੍ਰੇਤ ਨਾਮ ਹੈ ਚਲੇ ਗਏ ਦਾ, ਜੋ ਜਾ ਚੁੱਕਾ ਹੈ। ਮੁਰਾਦ ਹੈ ਸਰੀਰ ਤਿਆਗ ਚੁੱਕੀਆਂ ਰੂਹਾਂ ਤੋਂ, ਪਰੰਤੂ ਪ੍ਰੇਤ ਦਾ ਵਿਸ਼ੇਸ਼ ਅਰਥ ਉਹ ਸਰੀਰ ਤਿਆਗ ਚੁੱਕੀਆਂ ਰੂਹਾਂ ਦਾ ਲਿਆ ਜਾਂਦਾ ਹੈ ਜੋ ਆਪਣੇ ਕਰਮਾਂ ਤੇ ਵਾਸਨਾ ਕਰਕੇ ਭਾਰੀਆਂ ਮਲੀਨ ਤੇ ਭੈੜੇ ਪ੍ਰਭਾਵ ਵਾਲੀਆਂ ਹਨ, ਜਿਨ੍ਹਾਂ ਨੇ ਜੀਵਨ ਪਾਪ, ਅਨਰਥ ਤੇ ਜ਼ੁਲਮਾਂ ਦੇ ਵਿੱਚ ਹੀ ਬਿਤਾਇਆ ਹੈ। ਉਹ ਪਾਪਾਂ ਦੇ ਬੋਝ ਕਰਕੇ ਧਰਤੀ ਦੇ ਉੱਪਰ ਹੀ ਭਟਕਦੀਆਂ ਰਹਿੰਦੀਆਂ ਹਨ ਤੇ ਆਪਣੇ ਦ੍ਰਿੜ ਭਰਮ ਦੇ ਵਿੱਚ ਮਨੁੱਖਾਂ ਵਾਂਗੂ ਜੀਵਨ ਸਮਝ ਕੇ ਸਾਰੇ ਕਾਰੇ ਕੰਮਕਾਰ ਕਰਦੀਆਂ ਹਨ। ਪਛਤਾਵੇ ਆਦ ਦੇ ਦੁੱਖ ਵੀ ਝੱਲਦੀਆਂ ਹਨ। ਗੁਰਬਾਣੀ ਦੇ ਵਿੱਚ ਇੱਕ ਪਾਠ ਆਉਂਦਾ ਹੈ, ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ, ਕਿ ਪ੍ਰੇਤ ਦਾ ਜਿਹੜਾ ਪਿੰਜਰ ਹੈ, ਭਾਵ ਕਿ ਪ੍ਰੇਤ ਭੂਤਾਂ ਪ੍ਰੇਤਾਂ ਦੀ ਜਿਹੜੀ ਜੂਨ ਹੈ ਉਹਦੇ ਵਿੱਚ ਬਹੁਤ ਸਾਰੇ ਦੁੱਖ ਨੇ। ਪ੍ਰੇਤ ਪਿੰਜਰ ਮੈਂ ਦੁੱਖ ਕਨੇਰੇ, ਇਹਨਾਂ ਨੂੰ ਆਪਣੇ ਲਿੰਗ ਸਰੀਰ ਵਰਗੇ ਹੀ ਭਾਸਦੇ ਹਨ। ਖਾਣਾ ਪੀਣਾ ਪਹਿਨਣਾ ਆਦਿ ਵੀ ਉਸੇ ਤਰ੍ਹਾਂ ਹੀ ਪ੍ਰਤੀਤ ਹੁੰਦਾ ਹੈ। ਪਰਮੇਸ਼ਰ ਦੇ ਨਾਮ ਵਾਲੇ, ਭਗਤੀ ਵਾਲੇ, ਯੋਗ ਸੱਤਿਆ ਵਾਲੇ ਤੋਂ ਇਹਨਾਂ ਨੂੰ ਹਮੇਸ਼ਾ ਸੇਕ ਆਉਂਦਾ ਹੈ, ਜਿਸ ਤਰ੍ਹਾਂ ਹੁਣ ਇਸ ਜਗ੍ਹਾ ਦੇ ਉੱਤੇ ਹੋ ਰਿਹਾ ਹੈ। ਡਰ ਖਾਂਦੇ ਹਨ
ਤੇ ਉਸ ਤੋਂ ਦੂਰ ਭੱਜਦੇ ਹਨ। ਪੱਛਮੀ ਲੋਕਾਂ ਨੇ ਵੀ ਸਪਿਰਿਚੁਅਲਿਜ਼ਮ ਦੀ ਵਿਦਿਆ ਲੱਭੀ ਹੈ, ਉਹ ਵੀ ਇਹਨਾਂ ਗੱਲਾਂ ਨੂੰ ਸਹੀ ਕਰਦੇ ਹਨ, ਠੀਕ ਮੰਨਦੇ ਹਨ। ਕੁਰਾਨ, ਅੰਜੀਲ, ਪੁਰਾਣ ਆਦਿ ਸਾਰੇ ਧਰਮ ਪੁਸਤਕਾਂ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਬਾਰ-ਬਾਰ ਆਉਂਦਾ ਹੈ। ਪਰੰਤੂ ਆਮ ਵਰਤਾਰੇ ਦੇ ਵਿੱਚ ਜੋ ਲੋਕੀ ਤਮਾਸ਼ੇ ਕਰਦੇ ਹਨ ਉਹ ਅਕਸਰ ਪਖੰਡ ਹੁੰਦਾ ਹੈ। ਹੁਣ ਸੰਪਾਦਕ ਦਾ ਕਹਿਣ ਤੋਂ ਭਾਵ ਇਹ ਹੈ ਕਿ ਸੱਚੀ ਗੱਲ ਹੈ ਕਿ ਭੂਤ ਪ੍ਰੇਤ ਹੁੰਦੇ ਨੇ। ਕੁਰਾਨ, ਅੰਜੀਲ, ਪੁਰਾਣ ਸਾਰੇ ਧਾਰਮਿਕ ਪੁਸਤਕ ਹੈ, ਇਸ ਗੱਲ ਨੂੰ ਮੰਨਦੇ ਨੇ। ਇਸ ਤੋਂ ਇਲਾਵਾ ਸੰਪਾਦਕ ਜੀ ਇਹ ਵੀ ਕਹਿਣ ਦਾ ਯਤਨ ਕਰ ਰਹੇ ਨੇ ਕਿ ਆਮ ਧਾਰਮਿਕ ਪੁਸਤਕਾਂ ਦੇ ਵਿੱਚ ਹੀ ਇਹ ਗੱਲ ਨਹੀਂ ਲਿਖੀ ਗਈ। ਇਸ ਤੋਂ ਇਲਾਵਾ ਜਿਹੜੇ ਵਿਦਵਾਨ ਨੇ, ਜਿਹੜੇ ਪੱਛਮੀ ਲੋਕ ਨੇ, ਜਿਨ੍ਹਾਂ ਨੂੰ ਸਾਇੰਸਦਾਨ ਵੀ ਆਪਾਂ ਕਹਿ ਦਿੰਦੇ ਆ, ਉਹਨਾਂ ਨੇ ਵੀ ਇਸ ਵਿਦਿਆ ਨੂੰ ਲੱਭਿਆ ਹੈ ਔਰ ਉਹ ਵੀ ਇਸ ਗੱਲ ਨੂੰ ਸਹੀ ਸਿੱਧ ਕਰਦੇ ਨੇ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਇਹ ਸੀ ਕਿ ਸੱਤ ਪੁਰਸ਼ਾਂ ਤੋਂ ਹਮੇਸ਼ਾ ਐਸੀਆਂ ਰੂਹਾਂ ਨੂੰ ਸੇਕ ਲੱਗਦਾ ਹੈ ਔਰ ਅਮਰਦਾਸ ਜੀ ਸੱਤ ਪੁਰਸ਼ ਵੀ ਹਨ ਔਰ ਉਹਨਾਂ ਦੇ ਕੋਲ ਦੂਸਰੇ ਪਾਸੇ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਕਰਾਮਾਤ ਸੋਟੀ ਵੀ। केतक हाथ जोड़ कह बिन ताजो हमें नहीं नाहक हन। ਭਾਵੇਂ ਕਿ ਆਮ ਕਰਕੇ ਜਿਹੜੇ ਭੂਤ ਪ੍ਰੇਤ ਨੇ ਉਹ ਦੁਨਿਆਵੀ ਆਮ ਲੋਕਾਂ ਨੂੰ ਦਿਖਾਈ ਨਹੀਂ ਦਿੰਦੇ, ਪਰ ਜਿਸ ਤਰ੍ਹਾਂ ਸਤਪੁਰਸ਼ਾਂ ਤੋਂ ਸੇਕ ਲੱਗਦਾ ਹੈ ਉਸੇ ਤਰ੍ਹਾਂ ਸਤਪੁਰਸ਼ ਐਸੀਆਂ ਰੂਹਾਂ ਨੂੰ ਦੇਖ ਵੀ ਸਕਦੇ ਨੇ। ਹੁਣ ਅਮਰਦਾਸ ਜੀ ਸਾਹਮਣੇ ਉਹਨਾਂ ਨੂੰ ਦੇਖ ਰਹੇ ਨੇ ਤੇ ਉਹਨਾਂ ਦੇ ਅੱਗੇ ਹੱਥ ਜੋੜ ਜੋੜ ਕੇ ਉਹ ਜਿਹੜੀਆਂ ਭੈੜੀਆਂ ਰੂਹਾਂ ਨੇ ਉਹ ਅਰਜ਼ਾਂ ਕਰ ਰਹੀਆਂ ਨੇ, ਤਜੋ ਹਮੇ, ਸਾਨੂੰ ਛੱਡ ਦਿਓ, ਨਹੀਂ ਨਾਹਕ ਹਨਾ, ਸਾਨੂੰ ਨਿਹੱਕੇ ਨਾ ਮਾਰੋ। ਕਿਤਕ ਕਾਲ ਕੋਈ ਉਤਰਿਓ ਡੇਰਾ, ਹਮੇ ਸੰਭਾਰਨ ਦਿਓ ਇਸ ਬੇਰਾ। ਹੁਣ ਜਿੰਨੇ ਵੀ ਭੂਤ ਪ੍ਰੇਤ ਨੇ ਉਹ ਸਾਰੇ ਦੇ ਸਾਰੇ ਹੱਥ ਜੋੜ ਕੇ ਅਰਜ਼ਾਂ ਕਰਦੇ ਨੇ ਕਿ ਬੜੇ ਸਾਲਾਂ ਦਾ ਅਸੀਂ ਇੱਥੇ ਆਪਣਾ ਘਰ ਬਣਾ ਕੇ ਬੈਠੇ ਹਾਂ, ਇੱਥੇ ਡੇਰਾ ਲਾਇਆ ਹੋਇਆ ਹੈ, ਇਸ ਕਰਕੇ ਕਹਿੰਦੇ ਨੇ ਕਿ ਸਾਨੂੰ ਆਪਣੀ ਸਾਜੋ ਸਮੱਗਰੀ ਨੂੰ ਸੰਭਾਲ ਲੈਣ ਦਿਓ, ਅਸੀਂ ਆਪਣੀਆਂ ਚੀਜ਼ਾਂ ਨੂੰ ਸਾਂਭ ਲਈਏ। ਕਿਉਂਕਿ ਮੈਂ ਅੱਗੇ ਵੀ ਅਰਜ਼ ਕਰ ਰਿਹਾ ਕਿ ਜਿਸ ਤਰ੍ਹਾਂ ਆਪਾਂ ਸਮਾਜ ਦੇ ਵਿੱਚ ਰਹਿੰਦੇ ਹਾਂ, ਸਾਡੇ ਰਿਸ਼ਤੇਦਾਰ ਨੇ, ਪਰਿਵਾਰ ਨੇ, ਸੰਬੰਧੀ ਨੇ, ਸਾਡੇ ਘਰ ਦੇ ਵਿੱਚ ਸਾਜੋ ਸਮਾਨ ਹੈ, ਇਸੇ ਤਰ੍ਹਾਂ ਹਰ ਇੱਕ ਪ੍ਰਕਾਰ ਦੇ ਜਿਹੜੇ ਸਾਜੋ ਸਮਾਨ ਨੇ ਉਹਨਾਂ ਦੇ ਕੋਲ ਵੀ ਨੇ ਔਰ ਉਹ ਅਰਜ਼ ਕਰਦੇ ਨੇ ਕਿ ਸਾਨੂੰ ਆਪਣੀਆਂ ਚੀਜ਼ਾਂ ਸਾਂਭ ਲੈਣ ਦੇ। ਛਰੀ ਨਾ ਚੰਚਲ ਕਰੋ ਅਗਾਰੀ, ਚਲੇ ਜਾਹੇ ਹਮ ਤੂਰਨ ਤਾਰੇ। ਹੱਥ ਜੋੜ ਜੋੜ ਕੇ ਕਹਿੰਦੇ ਨੇ ਕਿ ਇਹ ਜਿਹੜੀ ਤੁਸੀਂ ਆਪਣੇ ਹੱਥ ਦੇ ਵਿੱਚ ਸੋਟੀ ਫੜੀ ਹੋਈ ਹੈ ਇਹਨੂੰ ਰਤਾ ਪਰ ਵੀ ਨਾ ਹਿਲਾਓ, ਇਹਦੇ ਤੋਂ ਸਾਨੂੰ ਸੇਕ ਲੱਗਦਾ ਹੈ। ਕਹਿੰਦੇ ਨੇ ਕਿ ਅਸੀਂ ਹੁਣੇ ਕਾਲੀ ਦੇ ਨਾਲ ਹੀ ਚਲੇ ਜਾਵਾਂਗੇ, ਇੱਥੇ ਨਹੀਂ ਰਵਾਂਗੇ। ਇਸ ਪ੍ਰਕਾਰ ਮਾਚਿਓ ਜਬਰੌਰਾ, ਸਗਰੇ ਗਏ ਛੋਰ ਤਬ ਠੌਰਾ। ਕਵੀ ਜੀ ਕਹਿੰਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਰੌਲਾ ਮਚਿਆ ਉਸ ਵੇਲੇ ਕਹਿੰਦੇ ਨੇ ਕਿ ਸਾਰੇ ਭੂਤ ਪ੍ਰੇਤ ਆਪੋ ਆਪਣੀ ਜਗ੍ਹਾ ਨੂੰ ਛੱਡ ਕੇ ਦੌੜ ਗਏ। ਹੁਤੀ ਦੇਵਣੀ ਇੱਕ ਤਿੰਨ ਮਾਹੀ, ਕੇਤਕ ਕਾਲ ਗਰਭ ਧਰ ਤਾਹੀ। ਹੁਣ ਕਵੀ ਜੀ ਕਹਿੰਦੇ ਕਿ ਉਸੇ ਹੀ ਸਮੇਂ ਦੌਰਾਨ ਉਹਨਾਂ ਦੇ ਵਿੱਚ ਇੱਕ ਦੇਵਣੀ ਸੀ, ਦਿਓ ਦੀ ਘਰ ਵਾਲੀ ਸੀ ਤੇ ਕਹਿੰਦੇ ਨੇ ਉਹ ਗਰਭ ਧਾਰੀ ਸੀ। ਹੋ ਤੋ ਸਮੀਪ ਪ੍ਰਸੂਤ ਸਮੇਤ ਹੈ, ਪਰਿਓ ਸ਼ੋਰਿਓ ਚੱਕਹੀ ਦ੍ਰਿਗ ਲਹੇ। ਉਹ ਜਿਹੜੀ ਦੇਵਣੀ ਹੈ ਉਸ ਦੇ ਪ੍ਰਸੂਤ ਦਾ ਸਮਾਂ ਸੀ, ਭਾਵ ਕਿ ਬੱਚਾ ਜਨਮ ਦਾ ਸਮਾਂ ਸੀ। ਅਚਾਨਕ ਹੀ ਉਸ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਉਸਨੇ ਰੌਲਾ ਪੈਂਦਾ ਸੁਣਿਆ। ਭਏ ਤਰਾਸ ਔਰ ਭਾਜ ਪਧਾਰੀ, ਨਹੀਂ ਟਿਗ ਦੇਖਿਓ ਪਤੀ ਰਖਵਾਰੀ। ਆਪਣੇ ਪਤੀ ਨੂੰ ਰੱਖਿਆ ਕਰਨ ਦੇ ਵਾਸਤੇ ਉਹਨੇ ਲਾਗੇ ਬਿਠਾਇਆ ਸੀ, ਪਰ ਕਹਿੰਦੇ ਨੇ ਕੀ ਦੇਖਦੀ ਹੈ ਉੱਠ ਕੇ ਕਿ ਉਸਦਾ ਪਤੀ ਵੀ ਉਸ ਨੂੰ ਛੱਡ ਕੇ ਡਰਦਾ ਮਾਰਾ ਦੌੜ ਚੁੱਕਾ ਹੈ। ਉਸ ਵੇਲੇ ਦੇਵਨੀ ਵੀ ਬਹੁਤ ਜ਼ਿਆਦਾ ਡਰ ਗਈ, ਉਸਨੇ ਵੀ ਉੱਠ ਕੇ ਭਜਣਾ ਸ਼ੁਰੂ ਕੀਤਾ। ਬੇਬਲ ਦੌਰਤ ਤਰਾਸਤ ਹੋਈ, ਗਿਰਿਓ ਗਰਭ ਤਵ ਸਿਸ ਭੇ ਦੋਈ। ਬੇਬਲ ਹੋ ਕੇ, ਵਿਆਕੁਲ ਹੋ ਕੇ ਉਸ ਦੇਵਣੀ ਨੇ ਵੀ ਦੌੜਨਾ ਸ਼ੁਰੂ ਕੀਤਾ, ਡਰਦੀ ਹੋਈ। ਕਹਿੰਦੇ ਨੇ ਕਿ ਖੇਤਾਂ ਦੇ ਵਿੱਚ ਦੌੜਦੀ ਜਾਂਦੀ ਹੈ, ਦੌੜਦਿਆਂ ਦੌੜਦਿਆਂ ਹੀ ਉਸ ਦਾ ਗਰਭ ਡਿੱਗ ਪਿਆ, ਜਿਹਦੇ ਵਿੱਚੋਂ ਦੋ ਬਾਲਕ ਪੈਦਾ ਹੋਏ। ਹੋਤੋ ਜਵਾਰ ਕੋ ਤਹਾਂ ਕਿਦਾਰਾ,
उपर कटी हुई तिस बारा। हुण कवि जी इस गल दा जिक्र करदे ने कि जिहड़े खेत दे विच ਉਹ ਭੱਜਦੀ ਜਾ ਰਹੀ ਸੀ ਉਹ ਖੇਤ ਸੀ ਜਵਾਰ ਦਾ, ਪਰ ਕਹਿੰਦੇ ਨੇ ਕਿ ਜਵਾਰ ਨੂੰ ਉੱਪਰੋਂ ਕੱਟਿਆ ਹੋਇਆ ਸੀ, ਉਸ ਦੇ ਥੱਲੇ ਜਿਹੜੇ ਟਾਂਡੇ ਨੇ ਨਾ ਉਹ ਬਚੇ ਸਨ। ਇੱਕ ਕੇ ਦ੍ਰਿਗ ਸੋ ਲਗਿਓ ਫਿਰੰਡਾ, ਚੁਭਿਓ ਬੀਚ ਸੋ ਕੀਨਸ ਖੰਡਾ। ਹੁਣ ਦੋ ਪੁੱਤਰਾਂ ਨੇ ਜਨਮ ਲਿਆ ਔਰ ਜੰਮਦਿਆਂ ਸਾਰੀ ਉਹ ਧਰਤੀ ਦੇ ਉੱਤੇ ਡਿੱਗ ਪਏ ਨੇ, ਉਸ ਜਵਾਰ ਦੇ ਖੇਤ ਦੇ ਵਿੱਚ ਡਿੱਗ ਪਏ ਨੇ। ਕਹਿੰਦੇ ਨੇ ਕਿ ਇੱਕ ਪੁੱਤਰ ਦੇ ਅੱਖ ਦੇ ਵਿੱਚ ਉਹ ਜਿਹੜਾ ਟਾਂਡੇ ਦਾ ਮੁੱਢ ਸੀ ਉਹ ਵੱਜਾ, ਅੱਖ ਚੋ ਗਈ, ਅੱਖ ਖਤਮ ਹੋ ਗਈ, ਭਾਵ ਕਿ ਉਹ ਕਾਣਾ ਹੋ ਗਏ। ਕਾਣਾ ਦੇਵ ਬਿਦਤ ਜਗ ਹੈ, ਦੁਰਗ ਬਠਿੰਡੇ ਵਿੱਚ ਜੋ ਰਹਿ। ਹੁਣ ਕਵੀ ਜੀ ਕਹਿੰਦੇ ਨੇ ਕਿ ਵੱਡਾ ਹੋ ਕੇ ਉਹ ਕਾਣੇ ਦੇਵ ਦੇ ਨਾਲ ਪ੍ਰਸਿੱਧ ਹੋਇਆ, ਜਿਹੜਾ ਕਿ ਮਾਨੋ ਬਠਿੰਡੇ ਦੇ ਕਿਲੇ ਦੇ ਵਿੱਚ ਬਾਅਦ ਦੇ ਵਿੱਚ ਰਿਹਾ ਕਰਦਾ ਸੀ। ਸਿਰੀ ਕਲਗੀ ਧਰ ਜਾਏ ਨਿਕਾਸਿਓ, ਜਿਸ ਤੇ ਸਭ ਮੈਂ ਨਾਮ ਪ੍ਰਕਾਸ਼ਿਓ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਕਿ ਉਹ ਜਿਹੜਾ ਕਾਣਾ ਦਿਓ ਸੀ ਉਹ ਬਠਿੰਡੇ ਦੇ ਕਿਲੇ ਦੇ ਵਿੱਚ ਰਿਹਾ ਕਰਦਾ ਸੀ, ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਬਠਿੰਡੇ ਦੇ ਕਿਲੇ ਦੇ ਵਿੱਚੋਂ ਉਸ ਦਿਓ ਨੂੰ ਕੱਢਿਆ ਸੀ। ਇਸ ਕਰਕੇ ਕਾਣੇ ਦੇ ਦਾ ਜਿਹੜਾ ਨਾਂ ਹੈ ਨਾ ਉਹ ਇਤਿਹਾਸ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਆ ਗਿਆ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਇਤਿਹਾਸ ਹੈ ਉੱਥੇ ਦੁਬਾਰਾ ਇਸ ਦੀ ਸਾਖੀ ਪੂਰੀ ਆਵੇ। ਗੇਰਿਓ ਦੂਸਰੋ ਭੁਜ ਕੇ ਭਾਰ, ਸੋ ਟੂਟੀ ਪਰ ਖੇਤ ਮਝਾਰ। ਦੇਵਣੀ ਦਾ ਇੱਕ ਪੁੱਤਰ ਤੇ ਇਸ ਤਰ੍ਹਾਂ ਡਿੱਗਿਆ, ਉਹਦੀ ਅੱਖ ਕਾਣੀ ਹੋ ਗਈ। ਕਹਿੰਦੇ ਨੇ ਕਿ ਦੂਸਰਾ ਜਿਹੜਾ ਪੁੱਤਰ ਸੀ ਉਹ ਬਾਂਹ ਦੇ ਭਾਰ ਡਿੱਗਿਆ ਤੇ ਉਸਦੀ ਇੱਕ ਬਾਂਹ ਹੀ ਟੁੱਟ ਗਈ। दोनों को तिन लियो उचाए, वस्त्र लपेटियो रखे बचाए। उसे वेले उन्हां दी मां देवनी ने दोवां पुत्रां नूं चुकिया है और कपड़े दे विच लपेट के उन्हां नूं नाल बचा के लै गए। केतक सम्मत पे में जवान, बसे सो दोनों कर निज थान। ग्रंथाकार भाई संतोख सिंह जी कहंदे ने कि समा गुजर गया, बहुत सारे वरे बतीत हो गए, दोवें दे दोवें ਉਹ ਜਵਾਨ ਹੋਏ ਨੇ ਤੇ ਫਿਰ ਜਵਾਨ ਹੋ ਕੇ ਉਹਨਾਂ ਨੇ ਆਪੋ ਆਪਣੀ ਜਗ੍ਹਾ ਦੇ ਉੱਤੇ ਜਾ ਕੇ ਡੇਰਾ ਲਾਇਆ। ਇੱਕ ਮਸੂਰਪੁਰ ਬਾਸਾ ਪਾਇਓ, बीच बठिंडे दुतिया बसायो। कवि जी कहते ने कि जिदी बांह टुटी सी ਉਹਨੇ ਤੇ ਮਸੂਸਪੁਰ ਦੇ ਵਿੱਚ ਜਾ ਕੇ ਡੇਰਾ ਲਾਇਆ। ਧੂਰੀ ਤੋਂ ਪਟਿਆਲੇ ਦੇ ਵਿੱਚ ਛੀਟਾਂ ਵਾਲਾ ਜਿਹੜਾ ਸਟੇਸ਼ਨ ਹੈ ਉਹਦੇ ਲਾਗੇ ਇਹ ਮਸੂਰਪੁਰ ਨਾਂ ਦੀ ਜਗ੍ਹਾ ਹੈ। ਕਵੀ ਜੀ ਕਹਿੰਦੇ ਨੇ ਕਿ ਜਿਹਦੀ ਬਾਂਹ ਟੁੱਟੀ ਸੀ ਉਸਨੇ ਤੇ ਮਸੂਰਪੁਰ ਦੇ ਵਿੱਚ ਡੇਰਾ ਲਾਇਆ। बीच ਬਠਿੰਡੇ ਦੁਤੀਆ ਵਸਾਇਓ, ਤੇ ਦੂਸਰਾ ਜਿਹੜਾ ਸੀ ਉਹਨੇ ਬਠਿੰਡੇ ਦੇ ਕਿਲੇ ਦੇ ਵਿੱਚ ਜਾ ਕੇ ਡੇਰਾ ਲਾਇਆ ਜਿਹਨੂੰ ਕਾਣਾ ਦੇ ਆਖਿਆ ਜਾਂਦਾ। इस प्रकार देवनगत होई, भूत प्रेत तह रहियो न कोई। ग्रंथाकार भाई संतोख सिंह जी लिखते ने कि इस तरीके दे नाल उन्हां भूतां प्रेतां दी गति होई, भाव कि इस तरह उन्हां दी हालत होई। भूत प्रेत तह रहियो न कोई, कोई भी भूत जां कोई भी प्रेत पिसाच उस जगह दे उत्ते ना रहा। इस तरीके दे नाल अमरदास जी ने सतगुरु अंगद देव सच्चे पातशाह जी दे हुक्म नूं मन के ਉਹ ਜਿਹੜੀ ਜਗ੍ਹਾ ਸੀ ਨਾ ਭੂਤਾਂ ਤੇ ਪ੍ਰੇਤਾਂ ਤੋਂ ਖਾਲੀ ਕਰਾ ਦਿੱਤੀ। ਹੁਣ ਇਸ ਜਗ੍ਹਾ ਦੇ ਉੱਤੇ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਪ੍ਰਸੰਗ ਨੂੰ ਬਿਆਨ ਕਰਨਗੇ ਕਿ ਕਿਸ ਤਰੀਕੇ ਦੇ ਨਾਲ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਸ ਜਗ੍ਹਾ ਦੇ ਉੱਤੇ ਸੋਹਣੀ ਨਗਰੀ ਦਾ ਨਿਰਮਾਣ ਕਰਵਾਉਣਗੇ, ਜਿਸ ਤਰ੍ਹਾਂ ਕਵੀ ਜੀ ਬਿਆਨ ਕਰਨਗੇ ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਖਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚ। हे अच्युत हे पार ब्रह्म अविनाशी अगनास, हे पूर्ण हे सर्ब मैं दुख पंजन गुणतास,
हे संगी हे निरंकार, हे निर्गुण सब टेक। हे गोविंद हे गुण निधान, जाके सदा विवेक। हे अपरंपर हर हरे, है पी होवनहार। हे संतः कै सदा संग, ने धारा आधार। हे ठाकुर हो दास रो, मैं निर्गुण गुण नहीं कोय। नानक दीजै नाम दान, राखो हिय परोय। याही कुल ते प्रगट होय, ताही कुल को नाम। पुन द्वादश गुरिंद को, मेरी है प्रणाम।